श्री वाहिगुरु साहिब जी। एह सागर सोई तरै जो हर गुण गाए। साध संगत कै संग वसै वड भागी पाए। संतो सागर पार उतरिए जे को बचन कमावे संतन का सो गुर प्रसादी तरिए। सतनाम श्री वाहिगुरु साहिब जी। सोही ललित बेड़ा बंध न सकियो बंधन की बेला। पर सरवर जब उछले तब तरन दुहेला। बेड़ा बंध न सकियो बंधन की बेला। पर सरवर जब उछले तब तरन दुहेला। हाथ न लाए कसुम्बड़े जल जासी टोला। रहाउ एक आपी न पतली सह केरे बोला। दूधा थनी न आवे फिर होए न मेला। कह फरीद सहेलियो से अलाइसी हंस चलसी डुमना। एह तन टेरी थीसी कह फरीद सहेलियो से अलाइसी हंस चलसी डुमना। एह तन टेरी थीसी। वाहिगुरु जी का खालसा वाहिगुरु जी की फतेह। परम सन्मानयोग जुगों जुग अटल शब्द गुरु वाणी के बोहित राजान राज पानान पान देवान देव उपमा महान सतगुरु तन तन श्री गुरु ग्रंथ साहब महाराज जी की पावन हजूरी दे विच सबायमान होए बैठे सतसंगी जनों। प्रेम सहित रबी बाणी का कीर्तन आप संगतां ने सरवण किया है। आओ हुण समा है बाणी दी विचार दा। अज दा पावन शब्द जिस शब्द की आपां विचार करनी है सोही अते ललित राग दे विच ये शब्द दर्ज है। सोही भी राग है, ललित एक रागनी है जिसदे
ਆਪਸ ਵਿੱਚ ਦੋਨੇ ਰਾਗਾਂ ਨੂੰ ਮਿਲਾ ਕੇ ਮਿਸ਼ਰਿਤ ਕਰਕੇ ਇਸ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਜਿਹੜੇ ਰਾਗ ਨੇ ਉਹ ਮਿਸ਼ਰਿਤ ਰਾਗ ਹਨ, ਜਿਵੇਂ ਗੋੜੀ ਵੀ, ਸੋਰਠ ਵੀ। ਤੁਸੀਂ ਭਗਤਾਂ ਦੀ ਬਾਣੀ ਵਿੱਚ ਸਿਰਲੇਖ ਪੜ੍ਹ ਕੇ ਆਏ ਹੋ। ਕਬੀਰ ਸਾਹਿਬ ਜੀ ਦੇ ਸ਼ਬਦ ਤੇ ਸਿਰਲੇਖ ਹੈ ਗੋੜੀ ਵੀ, ਸੋਰਠ ਵੀ। ਭਾਵ ਕਿ ਸ਼ਬਦ ਗੋੜੀ ਰਾਗ ਵਿੱਚ ਵੀ ਹੈ ਅਤੇ ਸੋਰਠ ਰਾਗ ਦੇ ਵਿੱਚ ਵੀ ਹੈ। ਦੋਨਾਂ ਨੂੰ ਮਿਲਾ ਕੇ ਮਿਸ਼ਰਿਤ ਕਰਕੇ ਉਸ ਸ਼ਬਦ ਨੂੰ ਗਾਇਨ ਕਰਨਾ ਹੈ। ਇਹ ਸ਼ਬਦ ਸੋਹੀ ਅਤੇ ਲਲਿਤ ਰਾਗ ਦੇ ਵਿੱਚ ਮਿਸ਼ਰਤ ਕਰਕੇ ਗਾਉਣ ਦੀ ਹਿਦਾਇਤ ਕੀਤੀ ਹੈ। ਇਹ ਪਾਵਨ ਸ਼ਬਦ ਸੋਹੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਵਿੱਚੋਂ ਭਗਤ ਬਾਬਾ ਸ਼ੇਖ ਫਰੀਦ ਜੀ, ਜਿਨ੍ਹਾਂ ਦੇ ਕੋਲੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਗਪਟਨ ਦੇ ਵਿੱਚ ਇਹ ਬਾਣੀ ਇਕੱਤਰ ਕੀਤੀ ਔਰ ਬਾਬਾ ਸ਼ੇਖ ਫਰੀਦ ਦੀ ਗੱਦੀ ਤੋਂ ਜਿਹੜੇ ਬੈਠੇ ਹੋਏ ਸਨ ਉਹਨਾਂ ਕੋਲੋਂ ਇਹ ਬਾਣੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਕੋਲ ਇਕੱਠੀ ਕੀਤੀ, ਦਰਜ ਕੀਤੀ। ਕਿਉਂਕਿ ਬਾਬਾ ਫਰੀਦ ਜੀ ਦੀ ਜਿਹੜੀ ਵਿਚਾਰ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨਾਲ ਮਿਲਦੀ ਹੈ। ਇਸ ਕਰਕੇ ਜਿੱਥੇ ਜਿੱਥੇ ਵੀ ਰੱਬੀ ਬਾਣੀ ਦਾ ਖਜ਼ਾਨਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਇਆ ਤਾਂ ਉਹ ਖਜ਼ਾਨਾ ਗੁਰੂ ਸਾਹਿਬ ਜੀ ਨੇ ਆਪਣੀ ਪੋਥੀ ਵਿੱਚ ਹੀ ਦਰਜ ਕਰ ਲਿਆ, ਤਾਂ ਕਿ ਮਨੁੱਖਤਾ ਦੇ ਵਾਸਤੇ ਇਹ ਬੋਲ ਜਿਹੜੇ ਨੇ ਜੀਵਨ ਜੀਣ ਵਾਸਤੇ ਸਹਾਇਤਾ ਕਰਨ, ਜੀਵਨ ਨੂੰ ਸਮਝਣ ਦੇ ਵਿੱਚ ਮਦਦ ਕਰਨ। ਕਿਉਂਕਿ ਕਿਸੇ ਦਾ ਕਮਾਇਆ ਹੋਇਆ ਜੀਵਨ, ਉਸ ਜੀਵਨ ਵਿੱਚੋਂ ਪ੍ਰਗਟ ਹੋਇਆ ਜਿਹੜਾ ਗਿਆਨ ਹੈ ਉਹ ਸਾਰੀ ਮਾਨਵਤਾ ਦਾ ਸਾਂਝਾ ਗਿਆਨ ਹੁੰਦਾ ਹੈ। ਸਾਰੀ ਮਾਨਵਤਾ ਉਹਦੇ ਵਿੱਚੋਂ ਸਿੱਖਿਆ ਲੈ ਸਕਦੀ ਹੈ ਔਰ ਆਪਣੇ ਜੀਵਨ ਨੂੰ ਸਫਲ ਕਰ ਸਕਦੀ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਾਣੀ ਇਕੱਠੀ ਕੀਤੀ ਔਰ ਸਾਡੇ ਕੋਲ ਇਸ ਗੱਲ ਦੇ ਪ੍ਰਤੱਖ ਸਬੂਤ ਨੇ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਬਹੁਤ ਸਾਰੇ ਸਾਖੀਕਾਰਾਂ ਨੇ ਗਾਏ ਬਗਾਏ ਇਹ ਗਲਤੀ ਨਾਲ ਲਿਖ ਦਿੱਤਾ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲੋਕਾਂ ਕੋਲੋਂ ਪੁੱਛ ਪੁਛਾ ਕੇ ਭਗਤਾਂ ਦੀ ਬਾਣੀ ਦਰਜ ਕੀਤੀ ਹੈ। ਤੇ ਇਸ ਸ਼ਬਦ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ, ਜੇ ਉਹਨਾਂ ਕੋਲ ਸੀ ਤਾਂ ਹੀ ਉਹਨਾਂ ਨੇ ਆਪਣਾ ਸ਼ਬਦ ਇਸ ਸ਼ਬਦ ਦੇ ਨਾਲ ਉਚਾਰਨ ਕੀਤਾ। ਉਹ ਆਪਾਂ ਵਿਚਾਰ ਦੇ ਵਿੱਚ ਵਿਚਾਰਾਂਗੇ ਵੀ ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਨੂੰ ਮੁੱਖ ਰੱਖ ਕੇ ਅੰਮ੍ਰਿਤਮਈ ਬੋਲ ਜਿਹੜੇ ਨੇ ਉਚਾਰਨ ਕੀਤੇ ਹਨ। ਔਰ ਉਸ ਤੋਂ ਪਤਾ ਚੱਲਦਾ ਵੀ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਸੀ, ਕਿਉਂਕਿ ਸ਼ਬਦ ਦੇ ਬੋਲ ਤੇ ਗੁਰੂ ਨਾਨਕ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ਬਦ ਦੇ ਬੋਲ ਆਪਸ ਵਿੱਚ ਮੇਲ ਖਾਂਦੇ ਹਨ। ਸੋ ਆਓ ਪਿਆਰ ਨਾਲ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਮਨੋਵਿਰਤੀਆਂ ਇਕਾਗਰ ਕਰੋ। ਸਾਰਿਆਂ ਨੂੰ ਦੋਵੇਂ ਹੱਥ ਜੋੜ ਬੇਨਤੀ ਹੈ, ਸਾਹਿਬਾਂ ਨੂੰ ਝੁਕਾਓ ਸੀਸ। ਪਿਆਰ ਨਾਲ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦੇ ਪਾਵਨ ਸ਼ਬਦ ਵਿੱਚ ਸਭ ਤੋਂ ਪਹਿਲੀ ਗੱਲ ਕਿ ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਨਾ ਹੈ, ਜਿਤਨੇ ਵੀ ਵਿਚਾਰ ਕਰਨ ਵਾਲੇ ਜਿਗਿਆਸੂ ਹਨ, ਬਾਣੀ ਨੂੰ ਵਿਚਾਰਦੇ ਨੇ, ਬਾਣੀ ਦਾ ਪ੍ਰਚਾਰ ਕਰਦੇ ਹਨ, ਉਹਨਾਂ ਸਾਰਿਆਂ ਨੂੰ ਹੀ ਜਦੋਂ ਕਿਸੇ ਬਾਣੀ ਨੂੰ ਸੰਗਤ ਦੇ ਸਮਕਸ਼ ਰੱਖਣਾ ਹੈ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਹਰੇਕ ਸ਼ਬਦ ਨੂੰ ਰਾਹੋਂ ਦੀ ਇੱਕ ਜਾਂ ਦੋ ਪੰਕਤੀਆਂ ਲਿਖੀਆਂ ਹੋਈਆਂ ਨੇ, ਜਿੱਥੇ 10 ਸ਼ਬਦਾਂ ਦੀ ਗੱਲ ਕਰ ਰਿਹਾ। ਔਰ ਕਿਤੇ ਕਿਤੇ ਸ਼ਬਦ ਦੇ ਅੰਦਰ 4-4 ਰਾਹੋਂ ਦੇ ਪਦੇ ਵੀ ਆਏ ਹਨ, ਕਿਉਂਕਿ ਰਾਹੋਂ ਦਾ ਪਦਾ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਉਸ ਰਾਹੋਂ ਦੇ ਪਦੇ ਦੇ ਆਲੇ ਦੁਆਲੇ ਹੀ ਬਾਕੀ ਜਿਹੜੇ ਪਦੇ ਨੇ ਉਹ ਵਿਸਥਾਰ ਕਰ ਰਹੇ ਹੁੰਦੇ ਨੇ ਉਸ ਪਦੇ ਦਾ ਹੀ। ਇਸ ਕਰਕੇ ਸਭ ਤੋਂ ਪਹਿਲਾਂ ਜਿਹੜੀ ਵਿਚਾਰਨ ਵਾਲੀ ਗੱਲ ਹੈ ਇਸ ਸ਼ਬਦ ਦੀ ਉਹ ਇਹ ਹੈ ਕਿ ਬਾਬਾ ਫਰੀਦ ਜੀ ਨੇ ਸ਼ਬਦ ਵਿੱਚ ਜ਼ਿਕਰ ਕੀਤਾ, ਹੱਥ ਨਾ ਲਾਏ ਕਸੁੰਭੜੈ
जल जासी ढोला। रहाओ इस शब्द का केंद्री भाव है। असल दे विच कसुंबा एक फुੱਲ ਦਾ नाम है, जिसका रंग वेखण नूं तां बड़ा चूह चूहा हुंदा है, बहुत कि बड़ा तेज हुंदा है, पर छेती ही वो खराब हो जाता है। क्योंकि कसुंबा एक फुੱਲ ਦਾ नाम है, जिसका रंग देखण नूं जिहड़ा है वो बड़ा लाल हुंदा है, बड़ा चमकदार हुंदा है, पर वो छेती ही खराब हो जाता है। इस करके गुरबाणी दे विच कुसंबे दे सामने जिहड़ा दूजा रंग वरतिया है वो है मजीठ दा। जिहड़ा मजीठ दा रंग है वो पक्का हुंदा है। इस करके गुरु साहब जी ने ये दोने ही शब्द माया अते नाम लई वरते हैं। कुसंबा जिहड़ा है वो माया वास्ते वरते है, मजीठ जिहड़ा वो नाम वास्ते वरते है। जदों आपां गुरु ग्रंथ साहब जी नूं पढ़ांगे तो जिहड़ा कुसंबे का रंग है वो पदार्थां की गल होएगी, माया की गल होएगी, विकारां की गल होएगी। उस दे नाल तुलना करके गुरु साहब जी ने यह शब्द जिहड़ा वो गुरु ग्रंथ साहब दे विच वरते है और बहुती थावां ते इसदा जिक्र है। पर जिथे नाम दी रंग है, प्रभु प्रेम की गल है, उत्थे गुरु साहब ने मजीठ का रंग वरतिया है। पाओ की कहण दा मकसद है इस पावन शब्द के राही, क्योंकि कुसंबड़े दे नाल जदों असीं देख रहे हैं कि जल जासी ढोला, तो पंजाब दे विच आम एक मुहावरा है कि जदों कोई फुੱਲ मुरझा जाता है, पत्तियां सुक जांदियां ने, तो असीं कहंदे भी ये फुੱਲ तो सड़ गया। इत्थे भी जदों कुसंबे दे नाल जल जासी अखर वरतिया तो यह गल स्पष्ट करता है कि ये एक दूजे दे लखायक शब्द ने। क्योंकि दोने शब्दां नूं जदों फिर असीं विचारांगे तो सानू गल समझ आनी है। गुरु नानक पातशाह जी का शब्द अते बाबा शेख फरीद जी का शब्द। बाबा शेख फरीद जी ये गल समझाना चाहते हैं, हे मेरे मित्र, हथ ना लाए कुसंबड़ा जल जासी ढोला। कुसंबे रूप माया नूं हथ ना ला, ये कुसंबा सड़ जाएगा, क्योंकि ये माया का जिहड़ा साथ है वो नष्ट होने वाला है। इस सदैव काल रहन वाला नहीं है। जिस माया विच तू गलतान होके परमेश्वर नूं भुला के बैठा हुआ है, इस माया ने सदैव तेरा साथ नहीं देना। तां ही सुखमनी साहब दे विच भी गुरु अर्जन देव जी महाराज ने कहा, साथ न चालै बिन भजन, विख्या सगली छार, हर हर नाम कमावना, नानक ये धन सार। ये धन श्रेष्ठ है। इस करके इत्थे गल समझा रहे ने कि ये जिहड़ा कुसंबे का रंग है ना, ये नाश होने वाला है। इस करके कुसंबे रूप माया नूं हथ ना ला, पाओ कि इस दे विच गलतान ना हो। हथ लाण दा अर्थ जिवें कई बार असीं आम सुणदे हाँ कि जदों लोग कहते हैं भी साडे बाबा जी तो माया नूं हथ नहीं लांदे, भावें उत्थे जिहड़ा प्रकरण है वो समझण वाला हुंदा है भी जे बाबा माया नूं हथ नहीं लांदा, इस माया की खचित नहीं है बाबा, तो फिर इतना बड़ा डेरा बनाने की लोड़ है, फिर इतनी गड्डियां इतना सारा कुछ, पर सारा क्यों? फिर तो चंगा होवे जे बाबा माया नूं हथ नहीं लांदा तो वो जिहड़ी माया है वो मनुखता के भले वास्ते वरती जाए। जे बाबा माया नूं हथ नहीं लांदा भी साडे बाबा जी माया नूं हथ नहीं लांदे। वो सारे तो इत्थे तक कि जदों दास विचरदा लोकां नाल गल्लां करदा है, देखो जी साडे गुरुद्वारे विच तां गोलक ही नहीं है। और मैनूं कहण च कोई गुरेज नहीं है, तुहाडे विचों बुरा ना मन्ना, नानक सर ठाठ वाले कहंदे साडे कोल गोलक नहीं है, असीं गोलक नहीं रखते। पर इतना जो ये सारा कुछ किवें चलदा है जे गोलक नहीं है? पैसे तो बिना ये बाहर दी चीज़ां किवें इकट्ठियां होंदियां, लंगर किवें चलदा है, पैसे तो बिना प्रसाद किवें बनता है, पैसे तो बिना लोकां नूं कमरे किवें तुसीं बना के दे दिंदे हो, पैसे तो बिना बाकी सब कुछ जिहड़ा चल रहा है वो पैसे तो बिना किवें चल रहा है? जे बाबा कहंदा पैसे नूं हथ नहीं लांदे, कोई कहंदा असीं गोलक ही नहीं रखते, तो मैनूं माफ़ कर देना, फिर वो कारज जिहड़े चल रहे हैं वो पैसे तो बिना किवें चल रहे हैं? उत्थे भी मैं एक बारी जयपुर गया तो उस स्थान ते चले गए सी, नानक सर ठाठ वालियां दा स्थान सी, तो उत्थे जो मैं पुछन लगा उन्होंने चेले सन बाबा जी दे, मैं पुछया, वो मैनूं कहण लगे ज्ञानी जी गल इदां है, देखो साडे इत्थे कोई गोलक नहीं है,
मैं सहज सुभाव पुछ लिया भी गोलक नहीं है, चंगी गल है, पर ये जिहड़ा सारा काम है ये किवें चलदा है? भी पैसे तो बिना तो काम चल नहीं सकता। प्रसाद वास्ते पैसा चाहिए, सेवादार रखोगे तो उन्होंने तनख्वाह वास्ते पैसा चाहिए, ग्रंथी सिंह वास्ते पैसा चाहिए, रागी ਸਿੰਘਾਂ ਨੂੰ तनख्वाह दोगे पैसा चाहिए। ਜਦੋਂ ਅਸੀਂ ਕਈ ਵਾਰੀ ਨਾ ਗੁਰਦੁਆਰੇ ਦੇ ਸਿਸਟਮ ਨੂੰ ਭੰਡਣ ਲੱਗ ਪੈਂਦੇ, ਉਹ ਗਲਤ ਹੁੰਦਾ ਹੈ। ਪਰ ਉੱਥੇ ਭੰਡਣਾ ਵੀ ਬਣਦਾ ਜਿੱਥੇ ਕਿ ਉਸ ਗੋਲਕ ਦੀ ਵਰਤੋਂ ਨੂੰ ਗਲਤ ਕੀਤਾ ਜਾ ਰਿਹਾ, ਪਾਓ ਕਿ ਲੋਕ ਉਸ ਨੂੰ ਗਲਤ ਵਰਤ ਰਹੇ ਨੇ, ਉੱਥੇ ਤਾਂ ਬਣਦਾ। ਪਰ ਜੇ ਗੁਰਦੁਆਰੇ ਗੋਲਕ ਨਹੀਂ ਹੈ ਤੇ ਫਿਰ ਬਾਕੀ ਦੇ ਕਾਰਜ ਕਿਵੇਂ ਚੱਲਣਗੇ? ਹਰ ਗੱਲ ਨੂੰ ਆਪਾਂ ਭੰਡੀ ਜਾਣਾ, ਹਰ ਗੱਲ ਨੂੰ ਆਪਾਂ ਨੈਗੇਟਿਵ ਵਾਲੇ ਪਾਸੇ ਲੈ ਕੇ ਜਾਣਾ, ਇਹ ਵਿਚਾਰਨ ਦੀਆਂ ਗੱਲਾਂ ਨੇ। ਤੇ ਜਦੋਂ ਮੈਂ ਉਸ ਬੰਦੇ ਨੂੰ ਪੁੱਛਿਆ, ਥੋੜ੍ਹੇ ਜਿਹੇ ਗੱਲਾਂ ਬਾਤਾਂ ਕੀਤੀਆਂ, ਉਹ ਮੇਰੇ ਨਾਲ बड़ा नेड़े हो गया, तो मैं गल पूछी भी बाबा जी एक गल दसो भी ये सारा काम किमें चलता है? फिर बंदा आप ही कहने लगा, बाबा जी असी मोटी फंडिंग लैंदे हैं, 1-1 रुपया नहीं चढ़ाते, क्यों गोली दे विच 1-1 रुपया आंदा, कोई 50 पैसे भी पा जाता, कोई रुपया भी पा जाता, कोई 2 रुपये, कोई 5, कोई 10। असी मोटी फंडिंग लैंदे हैं, 1000, 10,000, लख, 10 लख। साडे कोल मोटे मोटे बंदे हैं। तो मैं कि फिर तो जो उसके नालों तो जी गोलक सिंह सभा च रखी वो वधिया, क्योंकि मोटी फंडिंग वास्ते तो अकबर ने भी कहा सी बाबे अमरदास जी हुणां नूं भी मैं लंगर मेरे वालों ला दो सारा। मन कहना नहीं, ये 10 ਨੂਹਾਂ की किरत विचों चलता, 1-1 रुपये चों चलता, 1-1 टके चों चलता। ये फिर जो ये संगत का लंगर, गुरु का लंगर नहीं होगा, फिर ये अकबर बादशाह का लंगर होएगा। तो माफ़ करना, उत्थे जिहड़े लंगर चलते हैं फिर अकबर बादशाह के लंगर चलते हैं, फिर गुरु के लंगर नहीं चलते। ये भी मैं गारंटी नाल कह सकदा। इस करके सिस्टम नूं समझण दी लोड़ है। और इस माया नूं कल्ले कह देना भी असीं हत्थ नहीं लांदे, हत्थ लाण दा अर्थ नहीं कि माया इत्थों चक के लै जानी। गल तां इह है कि माया नूं वरतना ही हत्थ लाना। जदों असीं अपने तन ते कपड़े पा रहे हैं तो माया तो बिना तक कपड़े नहीं आउणगे, जदों पग बन रहे हैं तो माया तो बिना तो पग नहीं आउणी। एक काम दस दो जिहड़ा माया तो बिना हुंदा होवे। तुसीं चप्पलां पा के आए हो, माया तो बिना किवें चप्पलां जाणगीਆਂ? शरीर नाल जो भी जुड़ी, गड्डी 'च बैठे हो, तुसीं करोड़ रुपए की गड्डी 'च बैठे हो, फिर कहंदे माया नूं हत्थ लांदे, फिर करोड़ की गड्डी 'च क्यों बैठे हो? माया तो बिना तो करोड़ की गड्डी नहीं आई। इस करके केवल ये कह देना माया नूं हत्थ नहीं लांदे, समझना यह है कि ये जिहड़ी माया दे जिहड़े विकार ने, जिहड़ियां बुराइयां ने, जिहड़े माया तो ऐब जिहड़े प्रगट हुंदे जीवन विचों, उन्हां ऐबां तो उन्हां बुराइयां तो बचना। ये नहीं भी असीं जो पैसे नूं तां जी हत्थ ही नहीं लांदे। गुरु साहब ने किते नहीं कहा भी तुसीं इस पैसे नूं हत्थ नहीं लाना। गुरु साहब जी ने समा समा सिर सिखां नूं समझाया। इस करके इस शब्द दे विच बाबा जी कह रहे हैं कि ये जिहड़ा कुसंबे रूप माया है ना, इस नूं हत्थ ना ला पाओ कि ये माया दे जिहड़े विकार ने, माया जिहड़ी खुआरी का कारण बनती है, इस खुआरी तो बचन वास्ते अपने आप नूं सुचेत कर आओ कि इस दे विच गलतान ना हो। असी माया विच गलतान हो जाते हाँ, माया नूं सर्वोपरि समझ लैंदे हाँ, तो अपने मालक प्रभु नूं भुल जाते, उस रब नूं विसार दिंदे हाँ। बाबा जी कहते हत्थ ना लाए कुसंबड़ै जल जासी ढोला। ये कुसंबा जिहड़ा वो सड़ जाएगा, आओ कि माया का साथ जिहड़ा है वो सदैव रहन वाला नहीं है। बाबा माया साथ ना होए, इन माया जग मोहिया विरला बुझै कोई। साधु कहते इस नूं तां कोई विरले नहीं बुझिया संसार दे विच इस माया नूं, क्योंकि साथ है नहीं है। फिर पहले बंद विच शेख फरीद जी कहन लगे बेड़ा बंध ना सकियो बंधन की बेला। आखन लगे जदों बेड़ा तैयार करन दा समा सी ना, उस वेले तू बेड़ा बंध नहीं सकिया। जदों बेड़ा बनना सी, जदों तैयार करना सी, उस वेले तू बेड़ा तैयार नहीं किया। ते हुण इत्थे एक गल विच रह गई भी किहड़े बेड़े की गल कर रहे हैं बाबा फरीद जी, जिहड़ा आपां बंध नहीं सके। एक सवाल खड़ा हुंदा है ना। उन्होंने ये तो कह दिता भी तू बेड़ा तैयार नहीं किया। और एक होर दास बेनती करे, बेड़े की लोड़ कित्थे पैंदी है, ये भी तो समझना। जिथे बरसातां होंदियां ने, जिथे बाढ़ आउंदी है, जिथे समुंदर का किनारा है, जिथे धरती उच्ची, उत्थे बेड़े की कभी लोड़ ही नहीं। पानी भरना नहीं तो बेड़े की की लोड़।
ਜਿੱਥੇ ਪਾਣੀ ਭਰੇਗਾ ਬੇੜਾ ਵੀ ਉੱਥੇ ਹੀ ਬਣਨਾ ਪੈਂਦਾ। ਜਿੱਥੇ ਨਦੀ ਨਹੀਂ ਨੇੜੇ ਤੇੜੇ ਕੋਈ, 100 ਕਿਲੋਮੀਟਰ ਤੋਂ ਮੰਨ ਲਓ ਕੋਈ ਨਦੀ ਨਹੀਂ ਨੇੜੇ ਤੇੜੇ, ਤੇ ਉੱਥੇ ਬੇੜੇ ਦੀ ਕੀ ਲੋੜ ਹੈ? ਕਿਉਂਕਿ ਪਾਣੀ ਆਉਣਾ ਨਹੀਂ ਤੇ ਬੇੜੇ ਦੀ ਲੋੜ ਕੋਈ ਨਹੀਂ। ਔਰ ਫਿਰ ਬੇੜਾ ਕਿਹੜਾ ਹੈ? ਹੁਣ ਬਾਬਾ ਫਰੀਦ ਜੀ ਨੇ ਇਹ ਗੱਲ ਕਹਿ ਦਿੱਤੀ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਇਸ ਸ਼ਬਦ ਨੂੰ ਸਾਹਮਣੇ ਰੱਖ ਕੇ ਸੋਹੀ ਰਾਗ ਦੇ ਵਿੱਚ ਆਪਣਾ ਸ਼ਬਦ ਉਚਾਰਨ ਕੀਤਾ। ਸੋਹੀ ਰਾਗ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਚੌਥਾ ਸ਼ਬਦ ਹੈ। ਸੋਹੀ ਰਾਗ ਦਾ ਚੌਥਾ ਸ਼ਬਦ ਹੈ, ਜਿਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ, ਕਿਉਂਕਿ ਇਹ ਗੱਲ ਕਲੀਅਰ ਨਹੀਂ ਸੀ ਹੋਈ ਵੀ ਬੇੜਾ ਕਿਹੜਾ ਤਿਆਰ ਕਰਨਾ, ਤੇ ਬਾਬੇ ਨਾਨਕ ਨੇ ਕਿਰਪਾ ਕੀਤੀ। ਸੋਹੀ ਮਹਿਲਾ ਪਹਿਲਾ ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹਿਲਾ। ਮੈਂ ਇਸ ਕਰਕੇ ਵੀ ਨਾਲ ਸ਼ਬਦ ਨੂੰ ਅਟੈਚ ਕਰ ਰਿਹਾ, ਕਿਉਂਕਿ ਇੱਕ ਤਾਂ ਸ਼ਬਦ ਜਿਹੜਾ ਹੈ ਬਾਬੇ ਨਾਨਕ ਨੇ ਬਾਬਾ ਸ਼ੇਖ ਫਰੀਦ ਜੀ ਦੇ ਸ਼ਬਦ ਨੂੰ ਸਾਹਮਣੇ ਰੱਖ ਕੇ ਉਚਾਰਨ ਕੀਤਾ। ਜਿਹੜੀ ਗੱਲ ਕਲੀਅਰ ਨਹੀਂ ਸੀ ਹੋਈ, ਉਸ ਗੱਲ ਨੂੰ ਗੁਰੂ ਸਾਹਿਬਾਨਾਂ ਨੇ ਕਲੀਅਰ ਕੀਤਾ ਆਪਣੇ ਵੱਲੋਂ। ਭਗਤ ਜੀ ਸਹੀ ਕਹਿ ਰਹੇ ਨੇ ਕਿ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਪਾਰ ਕਰਨ ਵਾਸਤੇ, ਇਹਨਾਂ ਵਿਕਾਰਾਂ ਤੋਂ ਬਚਣ ਵਾਸਤੇ ਉਹ ਬੇੜਾ ਤਿਆਰ ਨਹੀਂ ਕੀਤਾ। ਕਿਉਂਕਿ ਜਦੋਂ ਉਮਰ ਸੀ, ਜਵਾਨੀ ਸੀ, ਉਸ ਵੇਲੇ ਉਹ ਤਿਆਰੀ ਕਰਨੀ ਸੀ, ਪਰ ਉਸ ਵੇਲੇ ਤਿਆਰੀ ਕੀਤੀ ਨਹੀਂ ਜਦੋਂ ਬੰਨਣ ਦਾ ਵੇਲਾ ਸੀ। ਉਦਾਹਰਨ ਦੇਵਾਂ, ਇੱਕ ਬੱਚਾ ਪੜ੍ਹਦਾ ਹੈ, ਉਸ ਵੇਲੇ ਉਸ ਦਾ ਪੜ੍ਹਾਈ ਦਾ ਵੇਲਾ ਹੈ ਵੀ ਉਹ ਪੜ੍ਹਾਈ ਕਰੇ ਮਨ ਲਾ ਕੇ, ਔਰ ਪੜ੍ਹਾਈ ਕਰਕੇ ਆਪਣੇ ਜੀਵਨ ਨੂੰ ਦੁਨਿਆਵੀ ਤੌਰ ਤੋਂ ਸਟੈਂਡ ਕਰੇ, ਚੰਗੀ ਡਿਗਰੀ ਹਾਸਲ ਕਰੇ, ਚੰਗੀ ਪੋਸਟ 'ਤੇ ਜਾਵੇ। ਪਰ ਜਦੋਂ ਪੜ੍ਹਾਈ ਕਰਨ ਦਾ ਵੇਲਾ, ਉਸ ਵੇਲੇ ਉਹ ਗੇਮਾਂ ਖੇਡਦਾ ਰਹੇ। ਪੜ੍ਹਾਈ ਕਰਨ ਦਾ ਵੇਲਾ ਹੈ, ਉਹ ਆਪਣਾ ਮਨ ਕਿਸੇ ਹੋਰ ਪਾਸੇ ਲਾ ਕੇ ਰੱਖੇ, ਆਪਣਾ ਸਮਾਂ ਜਾਇਆ ਕਰੇ। ਤੇ ਫਿਰ ਜਦੋਂ ਸਮਾਂ ਲੰਘ ਗਿਆ ਤੇ ਜਦੋਂ ਗ੍ਰਸਤ ਵਿੱਚ ਪੈ ਗਿਆ, ਪਰਿਵਾਰ ਵਿੱਚ ਪੈ ਗਿਆ, ਨੌਕਰੀਆਂ ਨਹੀਂ ਮਿਲੀਆਂ, ਕੰਮ ਨਹੀਂ ਮਿਲ ਰਿਹਾ, ਉਸ ਵੇਲੇ ਫਿਰ ਕੀ ਪੈਂਦਾ ਉਹਦੇ ਪੱਲੇ? ਕੇਵਲ ਪਛਤਾਵਾ। ਜਦੋਂ ਉਹਦੇ ਸਾਥੀ ਵੱਡੀ ਪੋਸਟਾਂ 'ਤੇ ਲੱਗੇ ਹੁੰਦੇ ਨੇ, ਚੰਗੀਆਂ ਨੌਕਰੀਆਂ ਕਰ ਰਹੇ ਹੁੰਦੇ ਨੇ, ਬੰਦਾ ਕਹਿੰਦਾ ਵੀ ਮੈਂ ਕਾਸ਼ ਮੈਂ ਵੀ ਕਿਤੇ ਪੜ੍ਹ ਲੈਂਦਾ, ਜਦੋਂ ਸਮਾਂ ਮਿਲਿਆ ਸੀ ਉਸ ਸਮੇਂ ਨੂੰ ਕਿਤੇ ਮੈਂ ਵੀ ਸਫਲਾ ਕਰ ਲੈਂਦਾ, ਤੇ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਇਸ ਦਾ ਅਰਥ ਹੈ ਕਿ ਜਦੋਂ ਜਿਸ ਚੀਜ਼ ਦਾ ਸਮਾਂ, ਉਸ ਵੇਲੇ ਉਸ ਸਮੇਂ ਉਸ ਚੀਜ਼ ਨੂੰ ਸਾਨੂੰ ਕਰਨਾ ਚਾਹੀਦਾ। ਇਹ ਜ਼ਿੰਦਗੀ ਮਿਲੀ ਹੈ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ, ਇਹ ਬੇੜਾ ਤਿਆਰ ਕਰਨ ਵਾਸਤੇ। ਤੇ ਬਾਬਾ ਫਰੀਦ ਜੀ ਨੇ ਕਿਹਾ ਵੀ ਬੇੜਾ ਬੰਨਿਆ ਨਹੀਂ। ਇੱਕ ਦੋ ਹੋਰ ਗੱਲਾਂ ਤੁਹਾਡੇ ਨਾਲ ਸਾਂਝੀ ਕਰਾਂ। ਭਗਤਾਂ ਨੇ ਆਪਣਾ ਖਿਆਲ ਸਪਸ਼ਟ ਕੀਤਾ, ਪਰ ਕੱਲ੍ਹ ਨੂੰ ਲੋਕਾਂ ਨੇ ਤਰਕ ਖੜੀ ਕਰਨੀ ਸੀ ਵੀ ਬੇੜੇ ਦਾ ਜ਼ਿਕਰ ਨਹੀਂ ਕੀਤਾ ਬਾਬਾ ਫਰੀਦ ਜੀ ਨੇ। ਜਿਵੇਂ ਕਿ ਇੱਕ ਸ਼ਬਦ ਦੇ ਵਿੱਚ ਬਾਬਾ ਫਰੀਦ ਜੀ ਨੇ ਸ਼ਲੋਕ 'ਚ ਜ਼ਿਕਰ ਕੀਤਾ, ਕਹਿੰਦੇ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਉਸ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਨੇ ਇਹ ਗੱਲ ਕੀਤੀ, ਤੇ ਆਮ ਬੰਦਾ ਕਹੇਗਾ ਵੀ ਕੋਈ ਤਨ ਐਸਾ ਨਹੀਂ ਜਦੋਂ ਉਹਨੂੰ ਚੀਰੀਏ ਤੇ ਰਤ ਨਾ ਨਿਕਲੇ। ਇਹ ਸਾਇੰਸ ਕਹਿੰਦੀ ਹੈ ਵੀ ਜਦ ਤੱਕ ਪ੍ਰਾਣ ਨੇ ਉਸ ਦੇ ਵਿੱਚ ਲਹੂ ਦੌੜ ਰਿਹਾ, ਖੂਨ ਦੌੜ ਰਿਹਾ, ਉਹਦੀ ਗਰਦਿਸ਼ ਹੈ। ਕੋਈ ਵੀ ਸਰੀਰ ਐਸਾ ਨਹੀਂ ਜਦੋਂ ਤੱਕ ਪ੍ਰਾਣ ਨੇ ਉਹਦੇ ਵਿੱਚ ਲਹੂ ਨਾ ਹੋਵੇ। ਪ੍ਰਾਣ ਹੈਗੇ ਨੇ ਜਦੋਂ ਤੱਕ, ਉਦੋਂ ਤੱਕ ਖੂਨ ਦੌੜ ਰਿਹਾ। ਪਰ ਬਾਬਾ ਫਰੀਦ ਜੀ ਨੇ ਕਿਹਾ ਕਿ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਤੇ ਹੁਣ ਇਹ ਆਮ ਲੋਕਾਂ ਨੇ ਤਰਕ ਖੜੀ ਕਰਨੀ ਸੀ। ਇਸ ਕਰਕੇ ਇਸ ਸ਼ਲੋਕ ਦਾ ਸੰਗਿਆਨ ਲਿਆ ਗੁਰੂ ਅਮਰਦਾਸ ਮਹਾਰਾਜ ਨੇ, ਧਿਆਨ ਨਾਲ ਇਸ ਨੂੰ ਵਾਚਿਆ ਵੀ ਲੋਕਾਂ ਨੇ ਕੱਲ ਤਰਕ ਖੜੀ ਕਰ ਦੇਣੀ ਹੈ ਵੀ ਇਹ ਬਾਬਾ ਫਰੀਦ ਜੀ ਕਿਹੜੀ ਗੱਲ ਕਰ ਰਹੇ ਨੇ। ਉਹਨਾਂ ਨੇ ਆਖਿਆ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਤਨ ਰਤੇ ਆਪਨੇ ਤਿੰਨ ਤਨ ਲੋਭ ਰਤ ਨਾ ਹੋਏ। ਗੱਲ ਕਲੀਅਰ ਕਰਦੀ ਵੀ ਬਾਬਾ ਜੀ ਨੇ ਕਿਹਾ ਸੀ ਵੀ ਜੇ ਤਨ ਨੂੰ ਚੀਰੀਏ ਤੇ ਰਤ ਨਹੀਂ ਨਿਕਲਦਾ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਵੀ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਇਹ ਤਨ ਸਾਰਾ ਹੈ ਹੀ ਰਤ ਹੈ, ਖੂਨ ਹੀ ਹੈ ਇਹ ਸਾਰਾ। ਲਹੂ ਤੋਂ ਬਿਨਾਂ ਇਸ ਦਾ ਕੋਈ ਵਜੂਦ ਨਹੀਂ ਹੈ। ਅੱਜ ਹੀ ਖੂਨ ਖਤਮ ਹੋ ਗਿਆ, ਇਸ ਦਾ ਕੋਈ ਵਜੂਦ ਨਹੀਂ। ਜਿਵੇਂ ਗੱਡੀ 'ਚ ਫਿਊਲ ਖਤਮ ਹੋ ਜਾਏ ਨਾ, ਉਹ ਇੱਕ ਕਦਮ ਨਹੀਂ ਤੁਰ ਸਕਦੀ। ਫਿਊਲ ਹੈ ਤਾਂ ਤੁਰ ਰਹੀ ਹੈ, ਇੰਜਨ ਵੀ ਹੋਏਗਾ, ਸਾਰਾ ਕੁਝ ਹੋਏਗਾ, ਟਾਇਰ ਵੀ ਨੇ, ਸਾਰਾ ਕੁਝ ਹੈ, ਪਰ ਫਿਊਲ ਤੋਂ ਬਿਨਾਂ ਨਹੀਂ ਤੁਰ ਸਕਦੀ। ਇਸ ਤਰ੍ਹਾਂ ਹੀ ਸਾਡਾ ਸਰੀਰ ਲਹੂ ਤੋਂ ਬਿਨਾਂ ਨਹੀਂ ਚੱਲ ਸਕਦਾ। ਲਹੂ ਫਿਊਲ ਦਾ ਕੰਮ ਕਰਦਾ ਹੈ, ਪੈਟਰੋਲ ਤੇ ਡੀਜ਼ਲ ਦਾ ਕੰਮ ਕਰਦਾ ਹੈ।
ਤੇ ਹੁਣ ਉੱਥੇ ਜਿਹੜੀ ਗੱਲ ਕੀਤੀ ਸੀ ਤੇ ਉਹ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਗੁਰੂ ਅਮਰਦਾਸ ਮਹਾਰਾਜ ਨੇ ਵੀ ਬਾਬਾ ਫਰੀਦ ਜੀ ਦਾ ਕਹਿਣ ਦਾ ਮਕਸਦ ਇਹ ਸੀ ਵੀ ਜੇ ਤੁਸੀਂ ਉਸ ਤਨ ਨੂੰ ਚੀਰੋ ਤਾਂ ਉਸ ਤਨ ਦੇ ਵਿੱਚ ਲੋਭ ਰੂਪੀ ਰਤਨ ਨਿਕਲੇਗਾ, ਜਿਹੜਾ ਤਨ ਪਰਮਾਤਮਾ ਦੀ ਯਾਦ ਵਿੱਚ ਜੁੜ ਗਿਆ ਹੈ, ਰੱਬ ਦੀ ਯਾਦ ਵਿੱਚ ਜੁੜ ਗਿਆ ਹੈ। ਇੱਥੇ ਵੀ ਇਹੀ ਵਿਚਾਰ ਚੱਲ ਰਹੇ ਸੀ ਕਿ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸ਼ਬਦ ਨੂੰ ਕਲੀਅਰ ਕਰਦੇ ਹੋਏ ਆਪਣਾ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਜਪ ਤਪ ਕਾ ਬੰਦ ਬੇੜਾ ਜਿਤ ਲੰਘੈ ਬਹੇਲਾ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਬਾਬਾ ਫਰੀਦ ਜੀ ਇਹ ਕਹਿਣਾ ਚਾਹੁੰਦੇ ਨੇ ਕਿ ਆਪਣੀ ਜ਼ਿੰਦਗੀ ਵਿੱਚ ਜਪ ਤੇ ਤਪ ਦਾ ਬੇੜਾ ਤਿਆਰ ਕਰ ਪਾਓ ਕਿ ਪਰਮਾਤਮਾ ਨੂੰ ਜਪ ਤਪ। ਜਦੋਂ ਗੁਰਬਾਣੀ ਵਿੱਚ ਤਪ ਦੀ ਗੱਲ ਆਏਗੀ ਤੇ ਗੁਰਬਾਣੀ ਦਾ ਤਪ ਵੀ ਕੋਈ ਧੂਣਾ ਤਪਾ ਕੇ ਪੈਣਾ ਨਹੀਂ, ਇਹ ਯਾਦ ਰੱਖਿਓ। ਗੁਰਬਾਣੀ ਦਾ ਤਪ ਕੋਈ ਚਲਿਆ ਕੱਟਣਾ ਨਹੀਂ, ਗੁਰਬਾਣੀ ਦਾ ਤਪ ਕੋਈ ਸਮਾਧੀ ਲਾ ਕੇ ਬਹਿਣਾ ਨਹੀਂ, ਪੁੱਠਾ ਲਟਕਣਾ ਨਹੀਂ। ਗੁਰਬਾਣੀ ਦਾ ਤਪ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਤੇ ਮਹਾਰਾਜ ਕਹਿੰਦੇ ਨੇ, ਕਹਿੰਦੇ ਗੁਰ ਕੀ ਸੇਵਾ ਤਪਾਂ ਸਿਰ ਤਪਸਾਰ। ਗੁਰੂ ਦੀ ਸੇਵਾ ਕਰਨੀ ਤਪਾਂ ਤੋਂ ਵੀ ਵੱਡਾ ਤਪ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਗੱਲ। ਇਹਦਾ ਅਰਥ ਹੈ ਸੇਵਾ ਕਰਨੀ ਤਪ ਹੈ ਤੇ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਉਣਾ ਇਹ ਜਪ ਹੈ। ਉਸ ਪਹਿਲੀ ਬਾਣੀ ਜਪ ਸ਼ੁਰੂ ਹੁੰਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜਿਹੜੀ ਪਹਿਲੀ ਬਾਣੀ ਹੈ ਨਾ ਉਹਦਾ ਨਾਮ ਜਪ ਹੈ। ਅਸੀਂ ਪਿਆਰ ਨਾਲ ਜਪ ਜੀ ਸਾਹਿਬ ਕਹਿੰਦੇ, ਪਰ ਬਾਣੀ ਦਾ ਨਾਮ ਜਪ ਹੀ ਹੈ। ਅਸੀਂ ਸਤਿਕਾਰ ਵਜੋਂ ਜਪਜੀ ਸਾਹਿਬ ਕਹਿੰਦੇ। ਜਪ ਦਾ ਅਰਥ ਹੈ ਸਿਧਾਂਤ, ਤਪ ਦਾ ਅਰਥ ਹੈ ਫਿਜ਼ੀਕਲ, ਔਰ ਦੋਨੋਂ ਚੀਜ਼ਾਂ ਚਾਹੀਦੀਆਂ ਸਾਡੇ ਕੋਲ। ਥਿਉਰੀ ਵੀ ਚਾਹੀਦੀ ਹੈ ਤੇ ਪ੍ਰੈਕਟੀਕਲ ਵੀ ਚਾਹੀਦਾ। ਤਪ ਪ੍ਰੈਕਟੀਕਲ ਹੈ, ਜਪ ਥਿਉਰੀ ਹੈ। ਜਿਹਨੂੰ ਡੂੰਘਾਈ 'ਚ ਜਾਓਗੇ ਨਾ, ਗੁਰਮਤਿ ਦੀ ਡੂੰਘਾਈ ਵਿੱਚ ਜਾਓਗੇ ਤੇ ਜਿਹੜਾ ਜਪ ਹੈ ਉਹ ਹੈ ਤੁਹਾਡੀ ਥਿਉਰੀ, ਜਿਹੜਾ ਤਪ ਹੈ ਉਹ ਪ੍ਰੈਕਟੀਕਲ ਹੈ। ਜਿਹਨੂੰ ਗੁਰ ਸੇਵਾ ਤਪਾ ਸਿਰ ਤਪ ਸਾਰ ਕਿਆ। ਗੁਰ ਕੀ ਸੇਵਾ ਗਾਖੜੀ ਕਿਹਾ ਮਹਾਰਾਜ ਨੇ, ਬੜੀ ਔਖੀ ਹੈ ਕਰਨੀ। ਤਪ ਕਰਨਾ ਕੋਈ ਸੌਖਾ ਥੋੜੀ ਹੈ। ਸਵੇਰੇ 4 ਵਜੇ ਉੱਠ ਕੇ 3 ਵਜੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਦੀ ਸੇਵਾ 'ਚ ਆਉਣਾ ਕੋਈ ਸੌਖੇ ਕੰਮ ਥੋੜੀ ਨੇ। ਔਰ ਬਿਨਾਂ ਨਾਗਾ ਤੋਂ ਆਉਣਾ, ਬੰਦਾ ਇੱਕ ਦਿਨ ਆ ਜਾਂਦਾ, 2 ਦਿਨ ਆ ਜਾਂਦਾ, ਪਰ ਇਹ ਸੇਵਾ ਕੋਈ ਸੌਖਾ ਕੰਮ ਨਹੀਂ ਸੀ। ਗੁਰੂ ਸਾਹਿਬ ਨੇ ਕਿਹਾ ਇਹ ਜਿਹੜਾ ਤਪ ਹੈ ਨਾ ਗੁਰਮਤਿ ਦਾ, ਉਹ ਹੈ ਗੁਰੂ ਦੀ ਸੇਵਾ ਕਰਨੀ। ਔਰ ਜਪ ਹੈ ਗੁਰੂ ਕੇ ਸਿਧਾਂਤ ਦੀ ਕਮਾਈ ਕਰਨੀ, ਗੁਰੂ ਕੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਵਿੱਚ ਪਹਿਲਾਂ ਪੜ੍ਹਨਾ, ਉਸ ਵਿਚਾਰਧਾਰਾ ਨੂੰ ਫਿਰ ਜੀਵਨ ਵਿੱਚ ਪ੍ਰੈਕਟੀਕਲ ਰੂਪ ਦੇਣਾ। ਮਾਫ ਕਰਨਾ ਜੇ ਇਕੱਲੇ ਪੜ੍ਹਦੇ ਰਹੇ ਥਿਉਰੀ ਔਰ ਉਸਦਾ ਅਸੀਂ ਪ੍ਰੈਕਟੀਕਲ ਨਹੀਂ ਕੀਤਾ ਤੇ ਥਿਉਰੀ ਕਿਤਾਬਾਂ ਵਿੱਚ ਵੀ ਬੰਦ ਹੁੰਦੀ ਹੈ। ਪ੍ਰੈਕਟੀਕਲ ਤੋਂ ਬਿਨਾਂ ਥਿਉਰੀ ਕਿਸੇ ਕੰਮ ਦੀ ਨਹੀਂ। ਕਿਸੇ ਬੰਦੇ ਨੇ ਡਾਕਟਰੀ ਕਰ ਲਈ, ਥਿਉਰੀ ਪੜ੍ਹ ਲਈ, ਕਿਹੜੀ ਦਵਾਈ ਕਿਸ ਵੇਲੇ ਦੇਣੀ ਹੈ, ਪਰ ਜਦੋਂ ਪ੍ਰੈਕਟੀਕਲ ਦਾ ਵਕਤ ਆਇਆ ਉਸ ਵੇਲੇ ਪ੍ਰੈਕਟੀਕਲ ਰੂਪ ਵਿੱਚ ਉਹਨੂੰ ਢਾਲ ਹੀ ਨਹੀਂ ਸਕਿਆ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜਬ ਤਬ ਕਾ ਬੰਦ ਬੇੜਲਾ ਜਿਤ ਲੰਘੈ ਬਹੇਲਾ। ਬਾਬਾ ਫਰੀਦ ਜੀ ਨੇ ਆਖਿਆ ਸੀ ਕਿ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਜਦੋਂ ਸਰੋਵਰ ਨਕੋ ਨਕ ਭਰ ਗਿਆ ਨਾ, ਤੇਰਾ ਤਰਨਾ ਔਖਾ ਹੋ ਜਾਏਗਾ। ਕਿਉਂਕਿ ਜਦੋਂ ਪਾਣੀ ਭਰ ਜਾਂਦਾ ਸੀ ਨੀਵੇਂ ਇਲਾਕਿਆਂ ਦੇ ਵਿੱਚ, ਤਾਂ ਉਸ ਵੇਲੇ ਕੀ ਹੁੰਦਾ ਸੀ ਕਿ ਲੋਕ ਬੇੜਾ ਬਣਾ ਕੇ ਨਾ ਪਾਣੀ ਵਿੱਚ ਬੇੜਾ ਉਤਾਰ ਦਿੰਦੇ ਸੀ, ਇੱਕ ਥਾਂ ਤੋਂ ਦੂਜੀ ਥਾਂ ਚਲੇ ਜਾਂਦੇ ਸੀ। ਤੇ ਜਿਹੜਾ ਜਪ ਤਪ ਦਾ ਬੇੜਾ ਬਣਨਾ ਹੈ ਇਸ ਕਰਕੇ ਹੈ ਕਿ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਸੌਖਾ ਕਰ ਸਕੀਏ। ਜਦੋਂ ਜੀਵਨ 'ਚ ਮੁਸ਼ਕਲਾਂ ਆਉਣ, ਜੀਵਨ ਵਿੱਚ ਇਹ ਮਾਇਆ ਪ੍ਰਭਾਵ ਪਾਵੇ, ਤੇ ਜੇ ਅਸੀਂ ਜੀਵਨ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਦੇ ਹਾਂ, ਜੀਵਨ ਵਿੱਚ ਗੁਰੂ ਕੇ ਦੱਸੇ ਹੋਏ ਇਸ ਨਾਮ ਨੂੰ, ਦੱਸੇ ਹੋਏ ਸਿਧਾਂਤ ਨੂੰ ਆਪਣੇ ਜੀਵਨ 'ਚ ਉਤਾਰ ਲੈਂਦੇ ਹਾਂ, ਫਿਰ ਸਾਡੇ ਵਾਸਤੇ ਇਹ ਤਰਨਾ ਸੌਖਾ ਹੋ ਜਾਂਦਾ ਹੈ। ਜਿਤ ਲੰਘੈ ਵਹਿਲਾ, ਵਹਿਲਾ ਦਾ ਅਰਥ ਸੌਖਾ ਲੰਘ ਜਾਈਦਾ ਹੈ। ਔਰ ਜੇ ਬੇੜਾ ਤਿਆਰ ਨਹੀਂ ਕੀਤਾ ਤਾਂ ਬਾਬਾ ਫਰੀਦ ਜੀ ਕਹਿੰਦੇ ਫਿਰ ਤੇਰਾ ਤਰਨਾ ਔਖਾ ਹੋ ਜਾਏਗਾ, ਤੂੰ ਤਰ ਨਹੀਂ ਸਕੇਗਾ, ਤੂੰ ਪਾਰ ਨਹੀਂ ਹੋ ਸਕੇਗਾ। ਇਸ ਕਰਕੇ ਇਹ ਬੇੜਾ ਤੂੰ ਤਿਆਰ ਕਰ, ਕਿਉਂਕਿ ਜੇ ਤੂੰ ਇਹ ਬੇੜਾ ਤਿਆਰ ਨਹੀਂ ਕੀਤਾ ਤਾਂ ਤੇਰਾ ਇੱਥੋਂ ਲੰਘਣਾ ਬੜਾ ਔਖਾ ਹੈ। ਕਿਉਂਕਿ ਜਿਸ ਮਨੁੱਖ ਨੇ ਮਾਇਆ ਨਾਲ ਮਨ ਲਾਈ ਰੱਖਿਆ, ਉਹ ਬੇੜਾ ਤਿਆਰ ਕਰਨ ਵਾਲੀ ਜਿਹੜੀ ਉਮਰ ਸੀ ਨਾ, ਨਾਮ ਰੂਪੀ ਬੇੜਾ ਤਿਆਰ ਨਾ ਕਰ ਸਕਿਆ। ਜਦੋਂ ਤੱਕ ਮਾਇਆ ਨਾਲ ਪਿਆਰ ਰਹੇਗਾ, ਸਮਝ ਲਓ ਨਾਮ ਰੂਪੀ ਬੇੜਾ ਤਿਆਰ ਨਹੀਂ ਕਰ ਸਕਾਂਗੇ। ਕਿਉਂਕਿ ਇਹ ਤਾਂ ਤਿਆਰ ਹੀ ਉਦੋਂ ਹੁੰਦਾ ਹੈ, ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਇਹ ਰਸ ਪਹਿਚਾਣਿਆ। ਉਹ ਰਸ ਛਾੜੇ
ਇਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਜਦੋਂ ਨਾਮ ਦਾ ਰਸ ਮਿਲਿਆ ਫਿਰ ਸੰਸਾਰ ਦੇ ਰਸ ਭਾਉਂਦੇ ਨਹੀਂ ਹਨ। ਇਸ ਕਰਕੇ ਬਾਬਾ ਜੀ ਸਮਝਾਉਣਾ ਚਾਹੁੰਦੇ ਨੇ ਕਿ ਜਿਨ੍ਹਾਂ ਮਨੁੱਖਾਂ ਨੇ ਮਾਇਆ ਨਾਲ ਮਨ ਲਾਈ ਰੱਖਿਆ, ਉਹ ਬੇੜਾ ਤਿਆਰ ਕਰਨ ਵਾਲੀ ਉਮਰੇ ਨਾਮ ਰੂਪੀ ਬੇੜਾ ਤਿਆਰ ਨਹੀਂ ਕਰ ਸਕੇ। ਜਦੋਂ ਬੇੜਾ ਤਿਆਰ ਕਰਨਾ ਸੀ, ਜਦੋਂ ਬੇੜਾ ਬਣਨਾ ਸੀ, ਉਸ ਵੇਲੇ ਬੇੜਾ ਤਿਆਰ ਨਹੀਂ ਹੋਇਆ, ਕਿਉਂਕਿ ਜਦੋਂ ਤੱਕ ਮਾਇਆ ਨਾਲ ਚਿੱਤ ਜੁੜਿਆ ਹੋਇਆ ਇਹ ਬੇੜਾ ਤਿਆਰ ਹੀ ਨਹੀਂ ਹੋ ਸਕਦਾ। ਇਹ ਤਾਂ ਬੇੜਾ ਉਹੀ ਤਿਆਰ ਕਰ ਸਕਦੇ ਨੇ ਜਿਹੜੇ ਕਿ ਮਾਇਆ ਵਿੱਚੋਂ ਚਿੱਤ ਹਟਾ ਕੇ ਨਾਮ ਦੇ ਨਾਲ ਆਪਣੇ ਚਿੱਤ ਨੂੰ ਜੋੜਨ। ਤੇ ਆਖਣ ਲੱਗੇ ਬਾਬਾ ਜੀ, ਕਹਿੰਦੇ ਜਦੋਂ ਸਰੋਵਰ ਨਕੋ ਨਕ ਭਰ ਕੇ ਬਾਹਰ ਉਛਲਣ ਲੱਗ ਪੈਂਦਾ ਹੈ, ਤਦੋਂ ਇਸ ਵਿੱਚ ਤਰਨਾ ਔਖਾ ਹੋ ਜਾਂਦਾ ਹੈ। ਪਰ ਸਰੋਵਰ ਜਬ ਉਛਲੇ ਤਬ ਤਰਨ ਦੁਹੇਲਾ, ਦੁਹੇਲਾ ਅਰਥ ਹੈ ਔਖਾ। ਜਦੋਂ ਸਰੋਵਰ ਨਕੋ ਨਕ ਭਰ ਗਿਆ, ਪੂਰਾ ਭਰ ਗਿਆ, ਪਾਓ ਕਿ ਜਦੋਂ ਮਾਇਆ ਦੀ ਖਿੱਚ ਜੀਵਨ 'ਚ ਇਤਨੀ ਪੈਦਾ ਹੋ ਗਈ, ਪਾਓ ਕਿ ਜਦੋਂ ਮਨੁੱਖ ਦੇ ਜੀਵਨ 'ਚ ਵਿਕਾਰ ਅਤ ਦਰਜੇ ਦੇ ਜੀਵਨ 'ਚ ਆ ਗਏ। ਜਦੋਂ ਆਪਾਂ ਵਿਕਾਰਾਂ ਦੀ ਸੰਗਤ ਕਰਦੇ ਨਾ, ਵਿਕਾਰ ਕਈ ਵਾਰੀ ਐਡੇ ਡਾਢੇ ਹੋ ਜਾਂਦੇ ਪਿਆਰਿਓ ਕਿ ਇਹਨਾਂ ਦਾ ਮੁਕਾਬਲਾ ਕਰਨਾ ਬੰਦੇ ਵਾਸਤੇ ਬੜਾ ਮੁਸ਼ਕਿਲ ਹੋ ਜਾਂਦਾ। ਕਹਿੰਦੇ ਹੁਣ ਮੈਂ ਮੁਕਾਬਲਾ ਨਹੀਂ ਕਰ ਸਕਦਾ, ਇਹਨਾਂ ਵਿਕਾਰਾਂ ਨੇ ਹੁਣ ਆ ਕੇ ਮੈਨੂੰ ਨੱਪ ਲਿਆ। ਕਿਉਂਕਿ ਇਹ ਵਿਕਾਰ ਇਕੱਲੇ ਨਹੀਂ ਆਉਂਦੇ, ਆਪਣੀ ਫੌਜ ਲੈ ਕੇ ਨਾਲ ਆਉਂਦੇ ਨੇ। ਅਵਰ ਪੰਚ ਹਮ ਏਕ ਜਨਾ, ਕਿਉ ਰਾਖੈ ਕਰ ਬਾਰ ਮਨਾ, ਮਾਰੈ ਲੁੱਟੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਇਕੱਲੇ ਨਹੀਂ ਆਉਂਦੇ, ਇਹ ਪੰਜ ਇਕੱਠੇ ਹੋ ਕੇ ਆਉਂਦੇ। ਤੇ ਸਾਡੀ ਜਿੰਦ ਇਕੱਲੀ ਹੈ, ਅਸੀਂ ਕਿਵੇਂ ਮੁਕਾਬਲਾ ਕਰਾਂਗੇ? ਬਾਬਾ ਹਰੀ ਜੀ ਕਹਿੰਦੇ ਜਦੋਂ ਮਨੁੱਖ ਵਿਕਾਰਾਂ ਦੀ ਅਤ ਕਰਾ ਦਿੰਦਾ ਨਾ ਜੀਵਨ 'ਚ, ਤੇ ਇਹਨਾਂ ਦੇ ਚਸਕੇ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ। ਜਦੋਂ ਅਤ ਹੋ ਗਈ ਨਾ ਸਾਡੇ ਜੀਵਨ 'ਚ ਵਿਕਾਰਾਂ ਦੀ, ਤੁਸੀਂ ਸੋਚੋ ਵੀ ਹੁਣ ਵਿਕਾਰਾਂ ਦੇ ਚਸਕੇ ਛੱਡ ਦੇਵਾਂਗੇ, ਨਹੀਂ ਛੱਡੇ ਜਾ ਸਕਦੇ। ਜਦੋਂ ਅਸੀਂ ਵਿਕਾਰਾਂ ਦੇ ਸਵਾਦਾਂ 'ਚ ਪੈ ਜਾਂਦੇ ਨਾ, ਇਹਨਾਂ ਦੇ ਚਸਕਿਆਂ ਵਿੱਚ ਪੈ ਜਾਂਦੇ ਹਾਂ, ਔਰ ਤੁਸੀਂ ਕਹੋ ਹੁਣ ਵਿਕਾਰ ਛੱਡ ਦੇਵਾਂਗੇ। ਜਿਹੜੇ ਲੋਕ ਨਸ਼ਾ ਕਰਨ ਲੱਗ ਪੈਂਦੇ, ਨਸ਼ਾ ਕਿਉਂ ਨਹੀਂ ਛੱਡ ਪਾਉਂਦੇ? ਕਿਉਂਕਿ ਨਸ਼ੇ ਦੀ ਅਤ ਹੋ ਗਈ ਹੈ। ਇਹ ਵਾਸਨਾਵਾਂ ਦੀ ਜਦੋਂ ਅਤ ਹੋ ਜਾਂਦੀ ਹੈ, ਕਾਮ ਵਾਸਨਾ, ਕ੍ਰੋਧ ਵਾਸਨਾ, ਲੋਭ, ਮੋਹ ਵਾਸਨਾ, ਹੰਕਾਰ ਵਾਸਨਾ, ਜਦੋਂ ਇਹਨਾਂ ਵਿੱਚ ਬਹੁਤ ਗਲਤਾਨ ਹੋ ਗਏ ਨਾ, ਤੇ ਗੁਰਸਿੱਖੋ ਸੱਚ ਜਾਣਨਾ, ਇਹਨਾਂ ਵਿੱਚ ਚਸਕਿਆਂ ਵਿੱਚੋਂ ਨਿਕਲਣਾ ਔਖਾ ਹੋ ਜਾਏਗਾ। ਇਹੀ ਸਰੋਵਰ 'ਚੋਂ ਬਾਹਰ ਆਉਣਾ ਹੈ। ਜਿਹੜੀ ਗੱਲ ਬਾਬਾ ਫਰੀਦ ਜੀ ਕਹਿਣਾ ਚਾਹੁੰਦੇ, ਤੂੰ ਤਾਂ ਬੇੜਾ ਬੰਨਿਆ ਹੀ ਕੋਈ ਨਹੀਂ, ਤੂੰ ਸਰੋਵਰ 'ਚ ਬਾਹਰ ਕਿਵੇਂ ਆਵੇਂਗਾ? ਤੂੰ ਤਾਂ ਤਿਆਰੀ ਨਹੀਂ ਕੀਤੀ। ਇਸ ਦਾ ਅਰਥ ਇਹ ਹੋਇਆ ਕਿ ਜ਼ਿੰਦਗੀ ਨੂੰ ਬੜਾ ਸੁਚੇਤ ਹੋ ਕੇ ਜੀਣ ਦੀ ਲੋੜ ਹੈ, ਜੋ ਬਾਬਾ ਫਰੀਦ ਜੀ ਸਾਨੂੰ ਸਮਝਾਉਣਾ ਚਾਹੁੰਦੇ। ਕਿਉਂਕਿ ਜਦੋਂ ਸੁਚੇਤ ਹੋ ਕੇ ਜੀਵਾਂਗੇ, ਆਪਣੇ ਜੀਵਨ ਨੂੰ ਅੰਦਰੋਂ ਦੇਖਾਂਗੇ, ਤੇ ਜਦੋਂ ਜੀਵਨ ਵਿੱਚ ਕੋਈ ਚੀਜ਼ ਦੀ ਪਕੜ ਬਣੇਗੀ ਤੇ ਗੁਰੂ ਕੇ ਸ਼ਬਦ ਦਾ ਆਸਰਾ ਲਵਾਂਗੇ, ਤਾਂ ਸਾਨੂੰ ਸਮਝ ਆ ਜਾਵੇਗੀ ਕਿ ਇਹ ਚੀਜ਼ ਮੈਨੂੰ ਹੁਣ ਪਰੇਸ਼ਾਨ ਕਰ ਰਹੀ ਹੈ। ਮੇਰੀਆਂ ਅੱਖਾਂ ਪਰਾਇਆ ਰੂਪ ਤੱਕ ਰਹੀਆਂ ਹਨ, ਮੇਰੇ ਅੰਦਰ ਵਿਕਾਰ ਪੈਦਾ ਹੋ ਰਹੇ ਹਨ, ਮੇਰੇ ਕੰਨ ਨਿੰਦਾ ਚੁਗਲੀ ਸੁਣਨ ਦੇ ਆਦੀ ਹੋ ਗਏ ਹਨ। ਤੇ ਬੰਦਾ ਜਦੋਂ ਬਾਣੀ ਪੜ੍ਹੇਗਾ ਨਾ, ਉਦੋਂ ਫਿਰ ਸੁਚੇਤ ਹੋ ਜਾਂਦਾ ਹੈ। ਕਿਉਂਕਿ ਇਹ ਤਾਂ ਅੰਦਰ ਚੱਲ ਹੀ ਰਿਹਾ ਨਾ ਸਾਡੇ ਜੀਵਨ ਵਿੱਚ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਨ ਨਿੰਦ ਵਿਚਾਰ, ਮਨ ਸੋਇਆ ਮਾਇਆ ਵਿਸਮਾਦ, ਜੇਵਾ ਸੋਈ ਲੋਭ ਮੀਠੇ ਸਵਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਵਤ ਵਸਤ ਉਹ ਆਪਣੀ ਲਹਿ। ਭਾਈ ਘਰ 'ਚ ਕੋਈ ਜਾਗਦਾ? ਮਹਾਰਾਜ ਕਹਿੰਦੇ ਤੇਰੀ ਅੱਖਾਂ ਸੁੱਤੀਆਂ ਹੋਈਆਂ। ਬੰਦਾ ਕਹਿੰਦਾ ਜੀ ਮੈਂ ਤਾਂ 3 ਵਜੇ ਬੰਗਲਾ ਸਾਹਿਬ ਜਾਂਦਾ, ਕੋਈ ਕਹਿੰਦਾ ਮੈਂ 12 ਵਜੇ ਉੱਠ ਕੇ ਬੰਗਲਾ ਸਾਹਿਬ ਕਹਿੰਦਾ, ਕੋਈ ਕਹਿੰਦਾ ਮੈਂ ਗੁਰਦੁਆਰੇ ਇੱਥੇ ਆ ਜਾਂਦਾ। ਗੁਰੂ ਸਾਹਿਬ ਕਹਿੰਦੇ ਇੱਕ ਗੱਲ ਦੱਸ ਵੀ ਤੂੰ 3 ਵਜੇ ਉੱਠ ਗਿਆ, 2 ਵਜੇ ਉੱਠ ਗਿਆ, 12 ਵਜੇ ਉੱਠ ਗਿਆ, ਤੂੰ ਗੁਰੂ ਦੇ ਦਰ ਤੇ ਆ ਗਿਆ, ਕਿ ਅੱਖਾਂ ਨੇ ਪਰਾਇਆ ਰੂਪ ਤੱਕ ਨਾ ਛੱਡ ਦਿਆ? ਜੇ ਛੱਡ ਦਿੱਤਾ ਸਮਝ ਲੈ ਤੂੰ ਜਾਗ ਗਿਆ, ਜੇ ਨਹੀਂ ਛੱਡਿਆ ਤੇ ਅਜੇ ਸੁੱਤਾ ਹੋਇਆ। ਬੜੀ ਸਪਸ਼ਟ ਜਿਹੀ ਵਿਚਾਰ ਗੁਰਬਾਣੀ ਨੇ ਸਾਡੇ ਸਾਹਮਣੇ ਰੱਖੀ। ਜਦੋਂ ਗੁਰਬਾਣੀ ਨੂੰ ਪੜ੍ਹੀਏ ਨਾ, ਤਾਂ ਕਈ ਵਾਰੀ ਮਨ ਕਹਿੰਦਾ ਕਿ ਅਸੀਂ ਕਿੱਥੇ ਖਲੋਤੇ ਹੋਏ ਹਾਂ। ਅਸੀਂ ਗੁਰਬਾਣੀ ਪੜ੍ਹ ਵੀ ਰਹੇ ਹਾਂ, ਗੁਰਦੁਆਰੇ ਵਿੱਚ ਸਮਾਂ ਵੀ ਬਤੀਤ ਕਰ ਰਹੇ ਹਾਂ, ਔਰ ਆਪਣੇ ਜੀਵਨ ਦੇ ਵਿੱਚ ਸੇਵਾ ਪਾਠ ਪੂਜਾ ਸਭ ਕੁਝ ਕਰ ਰਹੇ ਹਾਂ, ਪਰ ਜਿਹੜੀ ਚੀਜ਼ ਕਰਨ ਵਾਲੀ ਉਹ ਨਹੀਂ ਕਰ ਰਹੇ। ਲੋੜ ਤਾਂ ਇਹ ਸੀ ਕਿ ਗੁਰੂ ਸਾਹਿਬ ਨੂੰ ਪੁੱਛ ਕੇ, ਜੇ ਅੱਖਾਂ ਪਰਾਇਆ ਰੂਪ ਤੱਕਣ ਦੀ ਆਦੀਆਂ ਨੇ ਨਾ, ਤੇ ਇਹਨਾਂ ਅੱਖਾਂ ਵਿੱਚੋਂ ਪਰਾਇਆ ਰੂਪ ਤੱਕਣ ਦੀ ਖੁਆਇਸ਼ ਛੱਡਣੀ ਚਾਹੀਦੀ ਸੀ। ਤੇ ਜਿਸ ਨਾਲ ਖੁਆਇਸ਼ ਛੱਡ ਦਿੱਤੀ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਸ ਦਿਨ ਸਮਝ ਲਓ ਤੂੰ ਜਾਗ ਗਿਆ। ਜਦ ਤੱਕ ਤੇਰੇ ਅੰਦਰ ਪਰਾਇਆ ਰੂਪ ਤੱਕਣ ਦੀ ਖੁਆਇਸ਼ ਹੈ, ਤੂੰ ਅਜੇ ਜਾਗਿਆ ਕੋਈ ਨਹੀਂ, ਸੁੱਤਾ ਹੋਇਆ। ਜਦੋਂ ਤੱਕ ਤੇਰੇ ਕੰਨਾਂ ਵਿੱਚ ਨਿੰਦਾ ਸੁਣਨ ਦੀ ਖੁਆਇਸ਼ ਹੈ, ਸਮਝ ਲੈ ਤੂੰ ਅਜੇ ਤੇਰੇ ਕੰਨ ਸੁੱਤੇ ਹੋਏ ਨੇ, ਅਜੇ ਜਾਗੇ ਨਹੀਂ ਹਨ। ਤੇਰੇ ਮਨ ਵਿੱਚ, ਤੇਰੇ ਮਨ ਦੇ ਅੰਦਰ ਜੇ ਅਸਲ ਵਿੱਚ ਵਾਸਨਾਵਾਂ ਨੇ,
क्योंकि मन सोया माया विस्वाद, माया के कोतकां विच लग्या होया, समझ लै तेरा मन सुता होया। ते जिहवा सोई लोभ मीठे स्वाद, तेरी जबान सुती है ये संसार के इन्हां पदार्थां के चस्कियां फसी हुई है। तो तू सोच रहा भी तेरी जबान जाग गई, तेरा जीवन जाग गया। कहते इस ग्रह में कोई जागदा, इस हिरदे रूपी घर च भाई कोई जागदा। उस घर की गल नहीं जिस घर च असीं रहिंदे हां। साडा घर ये है, साडा परिवार इस दे नाल जुड़िया होया है। साडी अखां साडा परिवार है, साडा कन साडे परिवार ने। महाराज कहते इस ग्रह में कोई जागत रहा, इस घर च कोई जागदा है, तो अंदरों आवाज़ आउंदी है कोई नहीं जागदा। सारे सुते हुए ने, अखां भी सुत्तियां, कन भी सुते, जिहवा भी सुती हुई, मन भी सुता होया। तो महाराज कहते जे जागेगा तो साबत वस्तु अपने लै, जिहड़ा जागेगा वही साबत वस्तु लएगा। नहीं तो इस घर के अंदर बैठे हुए ने चोर, वो चोर तेरे घर नूं, घर के अंदरों ही सब कुछ तेरा लुट के लै जाणगे। मैं एक बेनती करा, जिहड़ी चीज़ां बाहरों आउंदियां उन्हां तो फिर बचिया जा सकता है, जिहड़े चोरी करन वाले घर च ही बैठे होण उन्हां तो बचना बड़ा मुश्किल है। बाहरों आवे बंदा 100 हिले वसीले कर लैंदा है, कंधा ते कच लवा लैंदा है, सिक्योरिटी रख लैंदा है, ताले बड़े बड़े ला लैंदा है, पर जे घर विच ही कमरे च ही बैठा होवे कोई चोर, उस तो किवें बचोगे। महाराज ने कहा बाणी च, इस देही में पंच चोर वसै, काम क्रोध लोभ मोह अहंकारा। महाराज कहते पंज चोर तेरे घर च रहिंदे, जे नहीं जागया ना तो ये पंजे चोर तेरे घर नूं खत्म कर देणगे, तेरे घर च कोई चीज़ नहीं रहन देणगे। इस देही में पंच चोर वसै, काम क्रोध लोभ मोह अहंकारा। अमृत लुटै मनमुख नहीं बूझै, कोई ना सुनै पुकारा। तेरे अमृत नूं लुट लैणगे ये पंजे चोर। बचाना तो अमृत नूं है ना, जो साडे अंदर अमृत पिया, जो बचाने की चीज़ है वो कीमती चीज़ तो अमृत है ना। नो निध अमृत प्रभ का नाम, देही में इसका विश्राम। जिहड़ा अंदर विश्राम है ना अमृत का, उस अमृत तो, अमृत की है सत संतोख दया धर्म खिमा। इन्हों आपां बचाना है, पर साडे जीवन च तो खत्म हो जाते हैं। काम क्रोध लोभ मोह हंकार हावी हो जाते साडे ते। ताईं तो गुरु साहब ने आख्या पंज मनाए पंज रुसाए। पंजां नूं मनाना है, सत संतोख दया धर्म नूं किसी ढंग दे नाल अपने जीवन च इकट्ठे कर लै। जिवें रिश्तेदार रुस जाते हैं, भैन भरा रुस जाते हैं, असीं मनाउंदे हैं भी आओ कोई गल नहीं, जो गल्लां होईयां भुल जाओ, हुण तुसीं तुहाडे बगैर साडा नहीं सरना। असीं उन्हां नूं रुसिया नूं मनाउंदे हां। प्यार वालो, जे अपने जीवन विचों सत संतोख दया धर्म खिमा जिहड़े रुस चुके ने, इन्हां नूं मना के नहीं इकट्ठे कीता ते उन्हां ने इस हिरदे घर विच कब्जा कर लैणा, जिन्हां ने इस नूं बर्बाद कर देना। इस करके मैं कहंदा पंज मनाए पंज रुसाए। पंजां ते रोसा कर लै, काम क्रोध लोभ मोह हंकार नाल रुस जा। जे इन्हां नाल रुसिया भी रहेगा तेरा घर बर्बाद नहीं होएगा, पर जे सत संतोख दया धर्म नाल तेरा रोसा पिया रहेगा, तेरा घर बर्बाद हो जाएगा। गुरबाणी में एक गल लिखी हुई है सारी भी जीवन जीवना किवें, जीवन बतीत किवें करना। हुण गुरु नानक पातशाह जी के शब्द की आपां विचार नाल लैके चलते हैं। महाराज कहते जब तब का बंद वेढ़दा, जित लंघै बेहला, ना सरबन ना उछलै, ऐसा पंथ सुहेला। हुण ना कोई सरोवर रहेगा ना उछाला रहेगा कोई, तो वो पंथ सुहेला हो जाएगा, तेरा तुरना सौखा हो जाएगा। जब तू बेड़ा तैयार कर लेना, देखो जेड़े बंदे ने अपनी तैयारी कर ली, ਉਹਦੇ वास्ते बाड़ भी आ जाए तो उसके वास्ते कोई माने नहीं रखती। सरोवर नको नक भर जाए जिसकी तैयारी उसके वास्ते कोई माने नहीं उचित, क्योंकि जिन्हें अपनी बेड़ी तैयार की हुई है, मान लो कि रातों रात सरोवर भर भी गया, तो जिन्हों की बेड़ियाँ तैयार ने वो एक थां तो दूजी थां ते आसानी नाल चले, जेड़े बेड़ी तैयार नहीं वो डुब जाते। इस करके बाबा फरीद जी फिर सानू समझाण लगे कि इस तरह अपनी जिंदगी नूं परमात्मा दे राह ते तोर, नहीं तो जीवन सफला नहीं होना। फिर आखन लगे बाबा फरीद जी कहते एक आपी ने पतली सैके रे बोला। पतली का अर्थ है इत्थे कमजोर। असल दे विच की हुंदा साडे जीवन दे विच कि जदों असी विकारां नाल सांझ बना लैंदे ना, ये विकार साडी जीव आत्मा नूं कमज़ोर करते चले जाते हैं। जदों विकारां नाल सांझ बन जाती है ना, तो ये विकार की करते हैं, साडी जीव आत्मा नूं अत दर्जे की कमज़ोर बना देंदे ने, पतली कर देंदे ने। आपां कहंदे बंदा बड़ा दुबला पतला है, उसका अर्थ की है वह बड़ा कमज़ोर है। हुण जिहड़ा कमज़ोर उन्होंने बीमारियां भी ज़्यादा घेरदियां, जिहदा शरीर बड़ा दुबला पतला, जिहड़ा कमज़ोर है, जिहड़ा अंदरों कमज़ोर है।
ਤੇ ਜਿਹੜੀ ਜੀਵ ਆਤਮਾ ਅੰਦਰੋਂ ਕਮਜ਼ੋਰ ਹੋ ਗਈ ਨਾ ਤੇ ਇਹ ਵਿਕਾਰ ਉਹਦੇ ਤੇ ਹਾਵੀ ਹੋਣਗੇ। ਔਰ ਵੈਸੇ ਵੀ ਗੁਰਬਾਣੀ 'ਚ ਲਿਖਿਆ ਕਾਮ ਕ੍ਰੋਧ ਕਾਇਆ ਕੋ ਗਲ ਹੈ ਜੋ ਕੰਚਨ ਸੁਹਾਗਾ ਢਾਲ ਹੈ। ਕਾਮ ਕ੍ਰੋਧ ਤੇਰੀ ਕਾਇਆ ਨੂੰ ਗਾਲ ਰਹੇ ਨੇ। ਜਿਵੇਂ ਕੰਚਨ ਨੂੰ ਢਾਲਣ ਵਾਸਤੇ ਸੁਹਾਗੇ ਦੀ ਲੋੜ ਹੈ, ਇਸ ਤਰ੍ਹਾਂ ਤੇਰੇ ਜੀਵਨ ਵਿੱਚ ਹੋਰ ਕਿਸੇ ਦੀ ਲੋੜ ਦੀ ਨਹੀਂ। ਤੇਰੇ ਅੰਦਰੋਂ ਕਾਮ ਤੇ ਕ੍ਰੋਧ ਦੋਵੇਂ ਤੇਰੀ ਕਾਇਆ ਨੂੰ ਨਸ਼ਟ ਕਰੀ ਜਾਂਦੇ। ਬਾਬਾ ਫਰੀਦ ਜੀ ਕਹਿੰਦੇ ਇੱਕ ਆਪੀ ਨੇ ਪਤਲੀ ਸਹਿ ਕੇ ਰੇ ਬੋਲਾ। ਇੱਥੇ ਸਮਝਾਉਣਾ ਇਹ ਚਾਹੁੰਦੇ ਨੇ ਕਿ ਇਸ ਤੁਕ ਦੇ ਵਿੱਚ ਇਹ ਸਮਝਾ ਰਹੇ ਨੇ ਕਿ ਇਹ ਜੀਵ ਆਤਮਾ ਜਿਹੜੀ ਹੈ ਨਾ, ਇਹ ਕੁਸੰਬੇ ਨੂੰ ਹੱਥ ਲਾਇਆ ਇਸਨੇ ਤੇ ਆਪਣੇ ਆਪ ਦੇ ਵਿੱਚ ਇਹ ਪਤਲੀ ਹੋ ਗਈ, ਪਾਓ ਕਿ ਕਮਜ਼ੋਰ ਹੋ ਗਈ। ਤੇ ਜਦੋਂ ਇਹ ਕਮਜ਼ੋਰ ਹੋ ਜਾਵੇਗੀ ਤੇ ਫਿਰ ਕੀ ਪ੍ਰਾਪਤ ਕਰੇਗੀ? ਕਿਸੇ ਕੰਮ ਕਰਨ ਵਾਸਤੇ ਮਨੁੱਖ ਦਾ ਤੰਦਰੁਸਤ ਹੋਣਾ ਬੜਾ ਜ਼ਰੂਰੀ ਹੈ। ਜਿਹੜਾ ਬੰਦਾ ਕਮਜ਼ੋਰ ਹੋ ਗਿਆ, ਮੰਜੇ ਤੇ ਪੈ ਗਿਆ, ਉਹ ਤਾਂ ਆਪਣੇ ਜੋਗਾ ਵੀ ਨਹੀਂ ਰਹਿੰਦਾ। ਜਿਹੜੀ ਜੀਵ ਆਤਮਾ ਕਮਜ਼ੋਰ ਹੋ ਗਈ, ਇਹਨਾਂ ਦਾ ਟਾਕਰਾ ਨਹੀਂ ਕਰ ਸਕੀ, ਤਾਂ ਆਪਣੇ ਜੀਵਨ ਨੂੰ ਸਫਲਾ ਕਿਵੇਂ ਕਰੇਗੀ? ਬੜੀਆਂ ਡੂੰਘੀਆਂ ਗੱਲਾਂ ਇਸ ਸ਼ਬਦ ਦੇ ਵਿੱਚ ਬਾਬਾ ਜੀ ਨੇ ਰੱਖੀਆਂ। ਆਖਣ ਲੱਗੇ ਤੂੰ ਕੁਸੰਬੇ ਨੂੰ ਹੱਥ ਲਾਇਆ, ਹੇ ਜੀਵ ਆਤਮਾ ਤੈਨੂੰ ਕੀ ਪ੍ਰਾਪਤ ਹੋਇਆ? ਪਾਓ ਕਿ ਜਿਨ੍ਹਾਂ ਨੇ ਕੁਸੰਬੇ ਨੂੰ ਹੱਥ ਲਾਇਆ ਉਹਨਾਂ ਨੂੰ ਪ੍ਰਾਪਤ ਕੀ ਹੋਇਆ? ਸਹਿ ਕੇ ਰੇ ਬੋਲਾ। ਇੱਥੇ ਸਹਿ ਕੇ ਰੇ ਬੋਲਾ ਇਹ ਵੱਖਰੇ ਵੱਖਰੇ ਪੜ੍ਹਨਾ। ਸਹਿ ਕੇ ਰੇ ਇਕੱਠਾ ਪਾਠ ਨਹੀਂ ਕਰਨਾ, ਭਾਵੇਂ ਇਕੱਠਾ ਲਿਖਿਆ ਹੋਇਆ ਪਰ ਵੱਖਰਾ ਵੱਖਰਾ ਕਰਨਾ। ਰੇ ਦਾ ਅਰਥ ਹੈ ਹੇ, ਇਸ ਕਰਕੇ ਪਾਠ ਅਲੱਗ ਅਲੱਗ ਹੈ। ਇਸ ਦਾ ਅਰਥ ਹੈ ਉਹਨਾਂ ਦਾ ਚੋਲਾ ਨਾਮ ਮਜੀਠ ਨਾਲ ਨਹੀਂ ਰੰਗਿਆ ਗਿਆ, ਉਹਨਾਂ ਨੇ ਫਲ ਪ੍ਰਾਪਤ ਨਹੀਂ ਕੀਤਾ। ਪਾਓ ਕਿ ਜਿਹੜੀ ਜੀਵ ਆਤਮਾ ਨੇ ਆਪਣੇ ਚੋਲੇ ਨੂੰ ਕੱਚੇ ਰੰਗ ਨਾਲ, ਕੁਸੰਬੇ ਦੇ ਰੰਗ ਨਾਲ ਰੰਗ ਲਿਆ, ਪਾਓ ਜਿਹੜੀ ਜੀਵ ਆਤਮਾ ਮਾਇਆ ਨਾਲ ਜੁੜ ਗਈ, ਤਾਂ ਜਿਹੜਾ ਪਤੀ ਪਰਮਾਤਮਾ ਹੈ, ਸਹਿ ਪਰਮਾਤਮਾ, ਸਹਿ ਦਾ ਅਰਥ ਹੈ ਪਰਮਾਤਮਾ। ਕੇ ਰੇ ਬੋਲਾ, ਰੇ ਦਾ ਅਰਥ ਹੈ ਰੇ ਰੇ ਦੇ ਬੋਲ। ਜਿਵੇਂ ਬਾਣੀ ਲਿਖਿਆ ਰੇ ਰੇ ਦਰਗਹਿ ਕਹਿ ਨਾ ਕੋ। ਆਓ ਕਿ ਫਿਰ ਪਰਮਾਤਮਾ ਜਿਹੜਾ ਹੈ ਨਾ ਉਹਦੇ ਨਾਲ ਗੱਲ ਨਹੀਂ ਕਰਦਾ, ਉਸ ਜੀਵ ਆਤਮਾ ਨਾਲ ਮਿਲਦਾ ਨਹੀਂ ਹੈ, ਉਸ ਨੂੰ ਸੋ ਫਟਕਾਰਾ ਪਾਉਂਦਾ ਪਰਮਾਤਮਾ। ਜਿਹੜੀ ਜੀਵ ਆਤਮਾ ਮਾਇਆ ਦੇ ਰੰਗ ਵਿੱਚ ਰੰਗ ਕੇ ਆਪਣੇ ਆਪ ਨੂੰ ਕਮਜ਼ੋਰ ਕਰ ਲਿਆ ਹੈ। ਸਹਿ ਬੋਲਦਾ ਨਹੀਂ ਉਹਦੇ ਨਾਲ, ਅਕਾਲ ਪੁਰਖ ਵਾਹਿਗੁਰੂ ਗੱਲ ਨਹੀਂ ਕਰਦਾ। ਤੇ ਇਸ ਦੇ ਮੁਕਾਬਲੇ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਇੱਕ ਵਾਰੀ, ਜੇ ਆਪਾਂ ਸਾਰਾ ਸ਼ਬਦ ਸੁਣੋ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ, ਸਮਾਂ ਤਾਂ ਘੱਟ ਹੈ ਪਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਸਾਹਮਣੇ ਰੱਖ ਕੇ ਦੂਜਾ ਸ਼ਬਦ ਜਿਹੜਾ ਉਚਾਰਨ ਕੀਤਾ, ਉਸ ਦੇ ਵਿੱਚ ਸਾਰੇ ਬਚਨ ਨੇ ਜਬ ਤਬ ਕਾ ਬੰਦ ਬੇੜਲਾ ਜਿਤ ਲੰਘੈ ਬਹਿਲਾ ਨਾ ਸਰਬਰ ਨਾ ਉਛਲੈ ਐਸਾ ਪੰਥ ਸੁਹੇਲਾ। ਫਿਰ ਕਹਿਣ ਲੱਗੇ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਰਹਾਓ ਸਾਜਨ ਚਲੇ ਪਿਆਰਿਆ ਜੇ ਮੇਲਾ ਹੋਈ। ਕਹਿੰਦੇ ਨੇ ਜੇ ਕਿਤੇ ਪਰਮਾਤਮਾ ਨਾਲ ਮਿਲਾਪ ਹੋ ਜਾਵੇ ਤੇ ਉਸ ਰਸਤੇ ਤੇ ਤੁਰ। ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀਏ ਮੇਲੇ ਕਾ ਸੋਈ। ਪਾਓ ਕਿ ਜੀਵ ਆਤਮਾ ਦਾ ਰੱਬ ਨਾਲ ਮਿਲਾਪ ਕਿਵੇਂ ਹੋਏਗਾ? ਰੱਬ ਕਿਵੇਂ ਮਿਲੇਗਾ? ਉਸ ਨੂੰ ਮਿਲੇਗਾ ਜਿਹੜੀ ਜੀਵ ਆਤਮਾ ਨੇ ਗੁਣਾਂ ਦੀ ਪੰਡ ਬੰਨੀ ਹੋਈ ਹੈ, ਗੁਣ ਇਕੱਠੇ ਕੀਤੇ ਨੇ। ਜਿਹਨੇ ਅਵਗੁਣ ਇਕੱਠੇ ਕੀਤੇ ਹੋਏ ਨੇ, ਪਰਮਾਤਮਾ ਉਹਨੂੰ ਆਪਣੇ ਨਾਲ ਮਿਲੇਗਾ ਨਹੀਂ। ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ, ਜੇ ਗੁਣ ਹੋਵੇਂ ਗੰਠੜੀਏ ਮੇਲੇਗਾ ਸੋਈ। ਮਿਲਿਆ ਹੋਏ ਨਾ ਵਿਛੜਿਆ ਜੇ ਮਿਲਿਆ ਹੋਈ। ਕਹਿੰਦੇ ਨੇ ਆਵਾ ਗੁਣ ਨਿਵਾਰਿਆ ਸੀਤਾ ਹੈ ਚੋਲਾ। ਕਹਿੰਦੇ ਨੇ ਜਿਨੇ ਆਵਾ ਗੁਣ ਨਿਵਾਰ ਲਿਆ ਔਰ ਉਸ ਦੇ ਨਾਲ ਜਿਹੜੀ ਜੀਵ ਆਤਮਾ ਜੁੜ ਗਈ, ਆਵਾ ਗੁਣ ਨਿਵਾਰਿਆ ਹੈ ਸਾਚਾ ਸੋਈ। ਹਉਮੈ ਮਾਨ ਨਿਵਾਰਿਆ ਸੀਤਾ ਹੈ ਚੋਲਾ। ਜਿਹਨੇ ਹਉਮੈ ਨੂੰ ਮਾਰ ਕੇ ਆਪਣਾ ਚੋਲਾ ਤਿਆਰ ਕਰ ਲਿਆ ਤੇ ਗੁਰ ਵਚਨੀ ਫਲ ਪਾਇਆ ਸਹਿ ਕੇ ਰੇ ਅੰਮ੍ਰਿਤ ਬੋਲਾ। ਉੱਥੇ ਸਹਿ ਕੇ ਰੇ ਅੰਮ੍ਰਿਤ ਬੋਲਾ, ਇੱਥੇ ਇੱਕ ਆਪੀ ਨੇ ਪਤਲੀ ਸਹਿ ਕੇ ਰੇ ਬੋਲਾ। ਆਓ ਕਿ ਉੱਥੇ ਪਰਮਾਤਮਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਜਿਹਨੇ ਮਜੀਠ ਦਾ ਰੰਗ ਪ੍ਰਾਪਤ ਕਰ ਲਿਆ ਜੀਵ ਆਤਮਾ ਨੇ, ਪਰਮਾਤਮਾ ਉਸ ਦੇ ਨਾਲ ਅੰਮ੍ਰਿਤ ਦੇ ਬੋਲ ਬੋਲਦਾ ਹੈ। ਤੇ ਜਿਸ ਜੀਵ ਆਤਮਾ ਨੇ ਬਾਬਾ ਸ਼ੇਖ ਫਰੀਦ ਕਹਿੰਦੇ ਜੇ ਤੂੰ ਨਾਮ ਇਕੱਠਾ ਨਹੀਂ ਕੀਤਾ, ਆਪਣੀ ਜੀਵ ਆਤਮਾ ਨੂੰ ਕਮਜ਼ੋਰ ਕਰ ਲਿਆ, ਰੱਬ ਤੇਰੇ ਨਾਲ ਬੋਲੇਗਾ ਨਹੀਂ। ਸਗੋਂ ਰੋਸ ਵਾਲੇ ਬੋਲ, ਗੁੱਸੇ ਵਾਲੇ ਬੋਲ ਤੇਰੇ ਨਾਲ ਸਾਂਝੇ ਕਰੇਗਾ। ਪਰ ਜੇ ਤੂੰ ਨਾਮ ਅੰਮ੍ਰਿਤ ਇਕੱਠਾ ਕਰ ਲਿਆ, ਪਰਮਾਤਮਾ ਤੇਰੇ ਨਾਲ ਪਿਆਰ ਨਾਲ ਬੋਲੇਗਾ ਵੀ ਹੇ ਜੀਵ ਆਤਮਾ ਤੂੰ ਸੰਸਾਰ ਵਿੱਚ ਜਾ ਕੇ ਚੰਗੇ ਗੁਣ ਇਕੱਠੇ ਕਰਕੇ ਆਈ ਹੈ, ਕਿਉਂਕਿ ਤੇਰੇ ਕੋਲ ਚੰਗੇ ਗੁਣ ਨੇ। ਉਹ ਅੰਮ੍ਰਿਤਮਈ ਬੋਲ ਬੋਲੇਗਾ, ਮਿੱਠਾ ਬੋਲੇਗਾ। ਪਰ ਜਿਹੜੀ ਜੀਵ ਆਤਮਾ ਪਤਲੀ ਹੋ ਗਈ ਇੱਥੇ ਵਿਕਾਰਾਂ ਵਿੱਚ ਗਲਤਾਨ ਹੋ ਕੇ, ਤੇ ਸਹਿ ਕੇ ਰੇ ਬੋਲਾ, ਸਹਿ ਪਰਮਾਤਮਾ ਜਿਹੜਾ ਰੇ ਰੇ ਦੇ ਬੋਲ ਬੋਲੇਗਾ ਵੀ ਤੂੰ ਪ੍ਰਵਾਨ ਹੋਣ ਜੋਗੀ ਨਹੀਂ ਹੈ,
तेरी इत्थे कोई कदर नहीं है। बाबा फरीद जी कहते वो रब ने ये गल कहनी है, भाव प्रवान नहीं करना। एक आपी ने पति सह केरे बोला, दूधा थनी ना आवे फिर होए ना मिला। फिर बाबा फरीद जी अगले वचन करते हैं कि जो दूधा थनी ना आवे, इसका अर्थ है कि प्रभु पति का मिलाप जो हुंदा है तो उस मिलाप दे विच जिहड़ी जीव इस्त्री है उसके जीवन के विचों परमात्मा के मिलाप का सुख प्राप्त होता है। जिवें दुनियावी तौर तो असीं देखते हैं जो पति पत्नी का मिलाप होंदा है, परमात्मा की कृपा होंदी है, उसके घर दे विच प्रसूत की क्रिया होंदी है, तो रब वालों उस जिहड़ी इस्त्री है उसके ठना विच अपने आप दुध आ जाता है, क्योंकि उसने बच्चे को जन्म देना है। इस तरह जो परमात्मा का मिलाप हो जाता है, बाबा फरीद जी कहते हैं फिर उसका जीव इस्त्री का नेड़ता बन जाती है। पर कहते दूधा थनी ना आवी पाओ कि परमात्मा का मिलाप ही नहीं हो रहा, फिर होए ना मेला, तो फिर उसका मेल किमें हो सकता है जो परमात्मा नाल जीव इस्त्री जुड़ी नहीं, पाओ कि रब दे नाल संबंध मिलिया ही बनिया ही नहीं, उसदे नाल मिलाप होया ही नहीं, तो जीवन दे विचों प्रभु मिलाप का सुख किमें हासिल कर सकती है, नहीं प्राप्त होना। बड़ी लंबी चौड़ी वैसे व्याख्या है इस शब्द की। फिर बाबा जी कहने लगे कह फरीद सहेलियो सह अलायसी, कहते ने बाबा फरीद जी कहते ने हे सहेलियो सह अलायसी, जिहड़ा अकाल पुरख वाहिगुरू है पति परमात्मा है, वो बोलता है, वो हुक्म भेजता है, वो सद्दा भेजता है। अलायसी तो ही अलाणियां बाणी का पाठ बना, अलाणियां का अर्थ है मौत का सद्दा। परमात्मा हे सहेलियो वो मौत का सद्दा भेजता है, रब अपने घरों हुक्म भेजता। इन्हों गुरु नानक पातशाह ने कहा कि जिनकी चीरी दरगाह पाटी तिन्ना मरना पाई, जिन्हों की चिट्ठी आ गई उन्होंने जाना पैंदा है। हुण जिहड़ी जीव आत्मा इत्थों नहीं जाना चाहती उसका कारण की है, कहण लगे हंस चलसी डुमना, हंस का अर्थ है जीव आत्मा, चलसी का अर्थ चल पैंदी है, डुमना का अर्थ दुचिते विच। दुचिता की है कि माया विच गलतान है, ना माया प्राप्त हुई ना परमेश्वर का नाम मिलिया। और दुचिते विच जीव आत्मा तुरना पैंदा, क्योंकि सद्दा जो आ गया है। हंस चलसी डुमना, जीव आत्मा चल पैंदी है। डुमना का अर्थ दुचिते विच एह तन ढेरी इसी, ये तन जिहड़ा है वो खाग बन जाता है, मिट्टी विच मिल जाता है, तो दुचिता खत्म नहीं होंदा। इसका अर्थ की है? इसका अर्थ ये है, बाबा फरीद जी समझाना चाहते हैं असल दे अंदर जीव आत्मा पदार्थां विच गलतान हुई पदार्थ छड्डन नूं भी चित नहीं करता, उधरों सद्दा भी आ गया हुंदा है, ते परमात्मा का नाम भी प्राप्त नहीं हुंदा। जदों असीं पदार्थां 'च गलतान हो जाते ना, तो ये चस्के छड्डन नूं कोई दिल करता है, संसार छड्डन नूं क्यों नहीं दिल करता? क्योंकि चस्के पए हुए ने। जदों बंदा कहता होर थोड़ी जी उम्र मिल जाए, 100 साल का हो गया भी कहता होर थोड़ी जी मिल जाए, 100 साल च नहीं किया तो हुण थोड़ी जी होर मिल जाए, फिर की कर लाँगा? होर 2-4 साल जी लीए, फिर की कर लाँगे 2-4 साल जी के? पाओ कि इसका अर्थ है कि माया विच बंदा इतना गलतान हो गया कि वह संसार नूं छड्डना नहीं चाहता। ये एक प्रीत है, पहला जो भैन भरावां नाल प्यार, माता पिता नाल, फिर अगे बच्चे हो गए, अगे पोते पोतरे हो गए, उन्हां नाल दोते दोतियां नाल प्यार बन गया। उस प्यार विच बंदा इतना रुझ जाता है, गलतान हो जाता है कि संसार छड्डण नूं दा चित नहीं करता, उस माया विच एडा गलतान हो जाता है। पर बाबा फरीद कहते रब का सद्दा आ जाता है, दो चिते विच ही इस जीव आत्मा नूं जाना पैंदा है। इस तरह समझा रहे हैं कि जीव आत्मा जदों प्राण निकल जाते ना, जीव आत्मा सारे पदार्थां नूं कहते तकदी रहिंदी है। असीं कहते ना बंदा प्रेत बन के आ गया, भूत बन के आ गया, वो पता की चीज़ है? असल दे विच जीव आत्मा उन्हां पदार्थां 'च गलतान सी और घर विच गलतान सी। जिन्होंने भगत त्रिलोचन जी ने जिक्र किया ना, अंत काल जो लक्ष्मी सिमरै ऐसी चिंता में जे मरै सर्ब जोन बलबल उतरै। अंत काल जो मंदिर सिमरै ऐसी चिंता में जे मरै प्रेत जोन बलबल उतरै। पाओ कि वो इतने खचित होया सी परिवार विच, घर विच, हाय मेरा घर, हाय मेरे बच्चे, हाय मेरा परिवार, हाय मेरी माया। शरीर विचों प्राण तो निकल जाते पर वो जिंद तकदी रहिंदी है, दुचिते विच जांदी, उहनूं छड्डण नूं दिल नहीं सी करदा भी ये पदार्थ बड़े स्वादले लग रहे सन। पर जदों विचों जिंद निकल जाती है, ये शरीर त्यागना पैंदा है। बाबा फरीद जी कहते हैं इस तरह कहते हैं संसार दे विचों यह तन ढेरी ठीसी, यह तन खाक हो जाता है, मिट्टी विच मिल जाता है। कहना ये चारण ने ये तन मिट्टी विच मिले, इस संसार के चस्कियां नूं
ਜੀਵ ਆਤਮਾ ਜਾਣ ਤੋਂ ਪਹਿਲਾਂ ਇਹ ਚਸਕਿਆਂ ਤੋਂ ਆਪਣੇ ਆਪ ਨੂੰ ਬਚਾਓ। ਇਹਨਾਂ ਰਸਾਂ ਵਿੱਚੋਂ ਗਲਤਾਨ ਹੋਣ ਤੋਂ ਆਪਣੇ ਆਪ ਨੂੰ ਪਾਸੇ ਕਰ ਲਓ। ਗੁਰਬਾਣੀ ਨੇ ਇਹਨਾਂ ਪਦਾਰਥਾਂ ਨੂੰ ਭੋਗਣ ਵਾਸਤੇ ਮਨਾ ਨਹੀਂ ਕੀਤਾ, ਪਰ ਗੁਰਬਾਣੀ ਕਹਿੰਦੀ ਹੈ ਇਹ ਚਸਕੇ ਜੀਵਨ 'ਚ ਛੱਡ ਦੇ। ਇਹ ਚਸਕਿਆਂ 'ਚ ਰਹੇਗਾ ਤੇ ਇਹ ਚਸਕੇ ਹੀ ਹਨ ਜਿਹੜੇ ਤੈਨੂੰ ਬਾਰ-ਬਾਰ ਜਨਮ ਮਰਨ ਦੇ ਗੇੜ 'ਚ ਪਾਉਣਗੇ। ਕਿਉਂਕਿ ਜੀਵ ਵਾਸਨਾ ਬੱਧਾ ਆਵੇ ਜਾਵੇ, ਅਸੀਂ ਵਾਸਨਾ ਦੇ ਬੱਧੇ ਆਉਂਦੇ ਜਾਂਦੇ। ਜੇ ਵਾਸਨਾ ਹੀ ਖਤਮ ਹੋ ਗਈ, ਜੇ ਇਹਨਾਂ ਪਦਾਰਥਾਂ ਦੀ ਪਕੜ ਹੀ ਖਤਮ ਹੋ ਗਈ ਤੇ ਜਨਮ ਮਰਨ ਦਾ ਗੇੜ ਵੀ ਖਤਮ ਹੋ ਗਿਆ। ਪਰ ਇਹ ਤਾਂ ਹੋਏਗਾ ਜੇ ਬੇੜਾ ਬਣ ਲਾਂਗੇ ਸਮਾਂ ਸਿਰ, ਜਪ ਤਪ ਕਰਕੇ, ਬੰਦਗੀ ਕਰਕੇ, ਪਰਮਾਤਮਾ ਦੇ ਨਾਮ ਨੂੰ ਇਕੱਠਾ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਕਰ ਲਵਾਂਗੇ। ਜਦੋਂ ਸਾਡੇ ਕੋਲ ਨਾਮ ਹੋਏਗਾ, ਪ੍ਰਭੂ ਦੀ ਬੰਦਗੀ ਹੋਏਗੀ, ਸਾਡੇ ਕੋਲ ਉਹ ਸਰਮਾਇਆ ਹੋਏਗਾ। ਫਿਰ ਸਰਮਾਇਆ ਜਿਹਦੇ ਕੋਲ ਰੱਬ ਦੇ ਨਾਮ ਦਾ ਹੈ, ਉਸ ਨੂੰ ਇਹ ਪਦਾਰਥ ਉੱਕਾ ਹੀ ਚੰਗੇ ਨਹੀਂ ਲੱਗਦੇ। ਤੇ ਉਹ ਕਹਿੰਦਾ ਜਦੋਂ ਮਰਜ਼ੀ ਸੱਦਾ ਜਾਏ, ਕਿਉਂਕਿ ਉਹਦੇ ਅੰਦਰ ਦੁਚਿਤਾ ਕੋਈ ਰਹਿ ਨਹੀਂ ਗਿਆ ਮਨ ਦੇ ਵਿੱਚ। ਉਹਨੂੰ ਪਤਾ ਵੀ ਇਹ ਸਿਰਫ ਵਰਤਨ ਵਾਸਤੇ ਸਨ, ਵਰਤ ਲੈਣੇ ਗੱਲ ਖਤਮ ਹੋ ਗਈ ਹੈ। ਇਹ ਲਿਜਾਣ ਵਾਸਤੇ ਕਿਸੇ ਦੇ ਨਹੀਂ, ਨਾ ਕੋਈ ਲੈ ਕੇ ਗਿਆ ਨਾ ਕੋਈ ਲਿਜਾ ਸਕਦਾ, ਕੇਵਲ ਧਨ ਵਰਤਨ ਵਾਸਤੇ ਹੈ। ਇਸ ਕਰਕੇ ਜੋ ਵੀ ਸੰਸਾਰ ਦੇ ਵਿੱਚ ਰਸ ਨੇ ਇਹ ਕੇਵਲ ਵਰਤਨ ਵਾਸਤੇ ਨੇ, ਨਾ ਕੋਈ ਲੈ ਕੇ ਗਿਆ ਨਾ ਕੋਈ ਲੈ ਕੇ ਜਾਏਗਾ। ਇੱਕੋ ਹੀ ਚੀਜ਼ ਅਸੀਂ ਜੀਵਨ 'ਚ ਕਰੀਏ ਕਿ ਇਹਨਾਂ ਰਸਾਂ ਨੂੰ ਛੱਡ ਕੇ ਨਾਮ ਦਾ ਰਸ ਲਈਏ, ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰਿ ਭੋਗ ਆਪੇ ਮਿਲੇ। ਇਤਨੀਆਂ ਬੇਨਤੀਆਂ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।